ਹੁਣ ਕੈਪਟਨ ਸਾਹਿਬ ਵੀ ਸਿੱਧੂ ਨੂੰ ਸਿੱਧੇ ਹੋ ਗਏ। ਉਹ ਕਹਿੰਦੇ ਫਿਰ ਆ ਜਾ ਮੈਦਾਨ 'ਚ, ਫਿਰ ਗੱਲਾਂ ਬਾਤਾਂ ਕਰਨੀਆਂ ਤੁਹਾਡਿਆਂ ਕੋ ਮੈਨੂੰ ਵੀ ਬਹੁਤ ਆਉਂਦੀਆਂ ਵੀ ਹੁਣ ਜਿਹੜੀ ਲੜਾਈ ਆ ਕੈਪਟਨ ਵਰਸਸ ਸਿੱਧੂ ਦੀ ਖੁੱਲ ਕੇ ਮੈਦਾਨ ਵਿੱਚ ਆ ਗਈ। ਜੇ ਪਾਰਟੀ 'ਚ ਰਹਿਣਾ ਤਾਂ ਵੀ ਦੱਸ ਦੇ, ਤੂੰ ਕਾਂਗਰਸ ਪ੍ਰਧਾਨ ਤੇ ਇੱਕ ਪਾਸੇ ਰਿਹਾ, ਉਪ ਮੁੱਖ ਮੰਤਰੀ ਬਣਨ ਦੇ ਵੀ ਕਾਬਲ ਨਹੀਂ। ਆਰ ਜਾਂ ਪਾਰ ਕਰਨੀ ਹੋਊਗੀ, ਕਿਉਂਕਿ ਹੁਣ ਮੈਨੂੰ ਲੱਗਦਾ ਵੀ ਕਾਂਗਰਸ ਦੇ ਵਿੱਚ ਜਿਹੜੀ ਉਹਦੀ ਜਿਸ ਤਰ੍ਹਾਂ ਨਾਲ ਵਿਰੋਧਤਾ ਹੋਣੀ ਸ਼ੁਰੂ ਹੋ ਗਈ ਆ, ਆਉਂਦੇ ਸਮੇਂ ਦੇ ਵਿੱਚ ਉਹਦੀ ਸੰਭਾਵਨਾ ਘੱਟ ਹੀ ਜਾਵੇ। ਕਾਂਗਰਸ ਚੋਂ ਤਾਂ ਹੁਣ ਟਾਟਾ ਬਾਏ ਬਾਏ ਹੋਣ ਵਾਲੀ ਹੈ, ਤੇ ਫਿਰ ਸਿੱਧੂ ਲਈ ਰਾਹ ਕਿਹੜਾ ਬਚਿਆ? ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਮੁੜ ਤੋਂ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਨੇ, ਉਹ ਤੋਂ ਪਹਿਲਾਂ ਆਲੇ ਦੁਆਲੇ ਦੇ ਮਾਹੌਲ ਦੀ ਗੱਲ ਕਰੀਏ ਤਾਂ ਕਰੋਨਾ ਦੇ ਹਾਲਾਤ ਹੋਰ ਡਰਾ ਰਹੇ ਨੇ। ਸਰਕਾਰ ਪਰੇਸ਼ਾਨ ਹੈ, ਲੋਕਾਂ ਨੂੰ ਵੱਡਾ ਵਕਤ ਹੈ ਤੇ ਸਿਆਸਤਦਾਨ ਚੁੱਪ ਨੇ ਜਾਂ ਕੋਈ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਕੁਝ ਹੋਰ ਵਿਸ਼ਿਆਂ ਤੇ ਗੱਲਾਂ ਬਾਤਾਂ ਕਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ। ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅਵਤਾਰ ਸਿੰਘ ਸ਼ੇਰਗਿੱਲ ਜੀ। ਅਵਤਾਰ ਸਿੰਘ ਸ਼ੇਰਗਿੱਲ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ। ਸ਼ੁਕਰੀਆ ਜੀ। ਤੇ ਅੱਜ ਦੀ ਗੱਲਬਾਤ ਜਿਹੜੀ ਹੈ ਕਰੋਨਾ ਤੋਂ ਨਾ ਸ਼ੁਰੂ ਕਰਕੇ ਪੰਜਾਬ ਦੀ ਸਿਆਸਤ ਤੋਂ ਕਰਦੇ ਹਾਂ ਜੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੇ ਹੋ ਗਏ ਨੇ ਸਿੱਧੂ ਨੂੰ ਜੀ, ਜਾਂ ਉਹਨਾਂ ਨੇ ਖੁੰਡਾ ਚੁੱਕ ਲਿਆ ਹੈ? ਇਸ ਬਾਰੇ ਥੋੜਾ ਜਿਹਾ ਚਾਨਣਾ ਪਾਓ। ਦੇਖੋ, ਪਿੰਡਾਂ 'ਚ ਕਹਾਵਤ ਹੈ ਨਾ, ਬੱਕਰੇ ਦੀ ਮਾਂ ਕਿੰਨਾ ਚਿਰ ਖੈਰ ਮਨਾਏਗੀ। ਜੀ। ਆਖਰ ਕਿਤੇ ਨਾ ਕਿਤੇ ਤਾਂ ਫਿਰ ਕੈਪਟਨ ਸਾਹਿਬ ਨੂੰ ਬੋਲਣਾ ਹੀ ਸੀਗਾ। ਜੀ। ਕਿਉਂ ਰੋਜ਼ਾਨਾ ਹੀ ਕਦੇ ਇੱਧਰੋਂ ਟਵੀਟ, ਕਦੇ ਇੱਧਰੋਂ ਪ੍ਰੈਸ ਕਾਨਫਰੰਸ, ਕਦੇ ਇੱਧਰੋਂ ਬਿਆਨ, ਕਦੇ ਕੁਛ ਕਦੇ ਕੁਛ, ਇਹ ਚੱਲਦਾ ਰਹਿੰਦਾ ਸੀ। ਸੁਣੀ ਗਏ ਬਹੁਤ ਦੇਰ। ਜੀ। ਫਿਰ ਉਹਨਾਂ ਦੇ ਅੰਦਰ ਹੀ ਕਲੇਸ਼ ਇਹੋ ਜਿਹਾ ਪੈ ਗਿਆ ਕਿ ਅਸਤੀਫਾ ਤੱਕ ਗੱਲ ਚੱਲ ਗਈ। ਜੀ। ਰੱਦ ਕਰਤਾ। ਕੈਬਨਿਟ ਮੀਟਿੰਗ 'ਚ ਤਿੱਖੀ ਨੋਕ ਝੋਂਕ ਹੋ ਗਈ। ਜੀ। ਮਾਮਲਾ ਹੋਈ ਬੇਅਦਬੀ ਦਾ, ਜਿਹਦੇ ਕਰਕੇ ਹਾਈ ਕੋਰਟ 'ਚ ਸਰਕਾਰ ਦੀ ਨਮੋਸ਼ੀ ਹੋਈ। ਜੀ। ਜਿਹਦੇ ਪਿੱਛੇ ਸਾਰਾ ਕੁਝ ਮੰਨਿਆ ਜਾ ਰਿਹਾ ਵੀ ਜਿਹੜੇ IPS ਆਫੀਸਰ ਸਨ ਕੁੰਵਰ ਵਿਜੇ ਪ੍ਰਤਾਪ, ਜੀ, ਉਹਨਾਂ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉੱਠਣ ਲੱਗ ਪਏ। ਜੀ। ਹੁਣ ਜਦੋਂ ਲਗਾਤਾਰ ਕੋਈ ਬੰਦਾ ਬੋਲੀ ਜਾ ਰਿਹਾ ਤੇ ਮੂਹਰਲਾ ਬੰਦਾ ਕੁਝ ਚੁੱਪ ਆ, ਤੇ ਫਿਰ ਆਖਰ ਕਿੰਨੇ ਚਿਰ ਤੱਕ ਚੁੱਪ ਰਹੇਗਾ? ਜੀ। ਤੇ ਉਸ ਨੂੰ ਲੈ ਕੇ ਹੀ ਹੁਣ ਜਦੋਂ ਚੁੱਪੀ ਤੋੜੀ ਆ, ਜੀ। ਤੇ ਤੁਹਾਡੇ ਕਹਿਣ ਮੁਤਾਬਕ ਵੀ ਹੁਣ ਕੈਪਟਨ ਸਾਹਿਬ ਵੀ ਸਿੱਧੂ ਨੂੰ ਸਿੱਧੇ ਹੋ ਗਏ। ਜੀ। ਉਹ ਕਹਿੰਦੇ ਫਿਰ ਆ ਜਾ ਮੈਦਾਨ 'ਚ, ਫਿਰ ਗੱਲਾਂ ਬਾਤਾਂ ਕਰਨੀਆਂ ਤੁਹਾਡਿਆਂ ਕੋ ਮੈਨੂੰ ਵੀ ਬਹੁਤ ਆਉਂਦੀਆਂ। ਇਹ 'ਚ ਕੋਈ ਸ਼ੱਕ ਨਹੀਂ ਵੀ ਉਹ ਇੰਗਲਿਸ਼ ਵੀ ਵਧੀਆ ਬੋਲ ਲੈਂਦੇ ਆ, ਪੰਜਾਬੀ ਵੀ ਵਧੀਆ, ਤੇ ਹਿੰਦੀ ਤੇ ਫਿਰ ਕਾਫੀ ਵਧੀਆ ਬੋਲ ਲੈਂਦੇ ਆ। ਜੀ। ਤੇ ਗੱਲਾਂ ਵੀ ਉਹਨਾਂ ਨੂੰ ਇਹੋ ਜਿਹੀਆਂ ਦੁਨੀਆ ਭਰ ਦੀਆਂ ਆਉਂਦੀਆਂ ਵੀ ਬੰਦਾ ਦੇਖਦਾ ਰਹਿ ਜਾਂਦਾ ਵੀ ਸਿੱਧੂ ਸਾਹਿਬ ਬੋਲ ਕੀ ਰਹੇ ਆ। ਜੀ। ਤੇ ਫਿਰ ਮੋਹਰੇ ਫਿਰ ਕੈਪਟਨ ਸਾਹਿਬ ਕਹਿੰਦੇ ਵੀ ਮੈਂ ਵੀ ਘੱਟ ਨਹੀਂ, ਤੇ ਉਹਨਾਂ ਨੇ ਤੇ ਹੁਣ ਸਿੱਧਾ ਮੈਦਾਨ 'ਚ ਹੀ ਖਿੱਚ ਲਿਆਂਦਾ। ਜੀ। ਵੀ ਆ ਤਾਂ ਮੇਰੇ ਨਾਲ ਪਟਿਆਲੇ ਚੋਣ ਲੜ ਕੇ ਦਿਖਾ ਦੇ। ਜੀ। ਜੇ ਇੰਨਾ ਹੀ ਤੇਰੇ ਕੋਲ ਕੌਨਫੀਡੈਂਸ ਆ, ਆਤਮ ਵਿਸ਼ਵਾਸ ਆ, ਜੀ। ਤੇ ਉਹ ਸਰਕਾਰ ਲਈ ਜਾਂ ਪੰਜਾਬ ਲਈ ਕੁਝ ਕਰਨਾ ਚਾਹੁੰਦਾ, ਜਜ਼ਬਾ ਰੱਖਦਾ ਆ, ਤੇ ਜਿੱਥੇ ਤੂੰ 4 ਸਾਲ ਪਹਿਲਾਂ ਕੁਝ ਨਹੀਂ ਕੀਤਾ, ਉਹ ਤੋਂ ਪਹਿਲਾਂ 10 ਸਾਲ ਨਹੀਂ ਕੁਝ ਕੀਤਾ, ਹੁਣ ਆ ਜਾ ਮੈਦਾਨ 'ਚ ਨਿੱਤਰ ਕੇ। ਜੀ। ਤੇ ਨਾਲ ਉਹਨਾਂ ਨੇ ਫਿਰ ਉਹਦਾ ਰਿਜ਼ਲਟ ਵੀ ਆਪਣੇ ਆਪ ਹੀ ਦੇ ਦਿੱਤਾ ਵੀ ਹਾਲ ਤੇਰਾ ਜੇ ਸਿੰਘ ਵਰਗਾ ਹੋਣਾ। ਜੀ। ਤੇ ਸਿੱਧੂ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ? ਬਿਲਕੁਲ, ਉਹ ਕਿਹੜੇ ਚੁੱਪ ਬੈਠਣ ਵਾਲੇ ਆ, ਉਹ ਵੀ ਨਾਲ ਦੀ ਨਾਲ ਹੀ ਟਵੀਟ ਕਰਦੇ ਰਹੇ ਆ। ਕੈਪਟਨ ਸਾਹਿਬ ਕਹਿੰਦੇ ਵੀ ਜਿੱਦਾਂ ਮੇਰੇ ਖਿਲਾਫ ਜੇ ਸਿੰਘ ਖੜੇ ਸੀ, ਜਨਰਲ ਸਾਬਕਾ ਜਿਹੜੇ ਫੌਜ ਦੇ ਅਕਾਲੀ ਦਲ ਵੱਲੋਂ, ਉਹਨਾਂ ਦੀ ਜ਼ਮਾਨਤਾਂ ਜ਼ਬਤ ਹੋਈਆਂ ਸੀ। ਜੀ। ਵੀ ਹਾਲ ਤੇਰਾ ਵੀ ਉਦਾਂ ਦਾ ਹੀ ਹੋਣਾ। ਜੀ। ਤੇ ਨਾਲੇ ਵੀ ਪੁੱਛਿਆ ਵੀ ਪਹਿਲਾਂ ਇਹ ਤਾਂ ਕਲੀਅਰ ਕਰ ਵੀ ਤੂੰ ਹੈ ਕਿਹੜੀ ਪਾਰਟੀ 'ਚ। ਜੀ। ਜੇ ਤਾਂ ਕਾਂਗਰਸ ਦੇ ਵਿੱਚ ਹੀ ਆ, ਫਿਰ ਇਹੋ ਜਿਹੀ ਬਿਆਨਬਾਜ਼ੀ ਦਿਨਾਂ ਤੇ ਇਹ ਸਿੱਧੀ ਤੇ ਸਿੱਧੀ ਅਨੁਸ਼ਾਸਨਹੀਣਤਾ ਆ। ਜੀ। ਇਹ ਕਿਸੇ ਕੀਮਤ 'ਚ ਬਰਦਾਸ਼ਤ ਨਹੀਂ ਹੁੰਦੀ। ਜੀ। ਤੇ ਜੇ ਇਸ ਬਹਾਨੇ ਜਾਂ ਬੇਅਦਬੀ ਦੇ ਆੜ ਦੇ ਵਿੱਚ, ਬੇਅਦਬੀ ਦੇ ਜੋ ਵੀ ਫੈਸਲਾ ਨਹੀਂ ਹੋਇਆ, ਜਾਂ ਇਨਸਾਫ ਦੀ ਆੜ ਦੇ ਵਿੱਚ ਕਿਤੇ ਹੋਰ ਜਾਣ ਦੀ ਤਿਆਰੀ ਆ, ਤੇ ਫਿਰ ਦੇਰੀ ਕਿਉਂ ਲਾਉਣਾ? ਜੀ। ਨਾਲ ਉਹਨਾਂ ਦੇ ਰਿਜ਼ਲਟ ਵੀ ਦਈ ਗਏ ਤੇ ਉਹਨੂੰ ਇੱਕ ਰਸਤਾ ਵੀ ਦੱਸੀ ਗਏ। ਜੀ। ਇਹਦੇ ਬਾਰੇ ਵੀ ਰਿਜ਼ਲਟ ਦੇ ਦਿੱਤਾ ਉਹਨਾਂ ਨੇ। ਜੀ। ਕਹਿੰਦੇ ਦੇਖੋ BJP 'ਚ ਜਾ ਨਹੀਂ ਸਕਦਾ, ਉੱਥੋਂ ਛੱਡ ਕੇ ਆਇਆ ਸੀ। ਉਹਨੂੰ ਕਹਿੰਦੇ ਰੱਜ ਕੇ ਗਾਲਾਂ ਕੱਢ ਕੇ ਆਇਆ ਇਹ। ਜੀ। ਹੁਣ BJP ਵਾਲੇ ਵੀ ਢੀਠ ਹੋਣਗੇ ਜਿਹੜੇ ਇੰਨੀਆਂ ਗਾਲਾਂ ਸੁਣ ਕੇ ਵੀ ਇਹਨੂੰ ਫੇਰ ਰੱਖ ਲੈਣਗੇ। ਨਹੀਂ, ਫਾਇਦਾ ਹੋਵੇ ਤੇ ਗਾਲਾਂ, ਮੈਨੂੰ ਲੱਗਦਾ ਹੈ ਕਿ ਸਿਆਸਤ ਵਿੱਚ ਕੋਈ ਨਹੀਂ, ਉਹ ਆਪ ਦਾ ਦੱਸ ਰਹੇ ਨੇ, ਰਸਤਾ ਵੀ ਦੱਸ ਰਹੇ ਤੇ ਉਹਦਾ ਰਿਜ਼ਲਟ ਵੀ, ਕਨਕਲੂਜਨ ਵੀ ਦੱਸ ਰਹੇ। ਜੀ। ਅਕਾਲੀ ਦਲ ਵਾਲੇ ਕਹਿੰਦੇ ਉਦਾਂ ਨਹੀਂ ਇਹਨੂੰ ਬਰਦਾਸ਼ਤ ਕਰਦੇ। ਜੀ। ਵੀ ਉਹ ਚਾਹੁੰਦੇ ਵੀ ਕਿੱਥੇ ਛੇਤੀ ਕਿਤੇ ਨਿਕਲੇ ਬਾਹਰ। ਜੀ। ਰਹੀ ਗੱਲ ਕਹਿੰਦੇ ਆਪ ਜਾਂਦੇ 16 'ਚ ਮੁੜ ਆਏ ਸੀ ਵਾਪਸ। ਜੀ। ਉਦੋਂ ਫਿਰ 3-4 ਬੰਦੇ ਰਹਿ ਗਏ ਸੀ, ਮੁੜ ਕੇ ਆਪ ਵਾਲੇ ਵੀ ਚੱਲਿਆ ਨਾਲ। ਉਹ ਇਹ ਵੀ ਦੱਸ ਰਹੇ ਆ ਵੀ ਜੇ ਕਿਤੇ ਜਾਣਾ ਤਾਂ ਭਾਈ ਚਲੇ ਜਾ। ਜੀ। ਪਾਰਟੀ 'ਚ ਰਹਿਣਾ ਤਾਂ ਪਾਰਟੀ 'ਚ ਰਹਿ ਕੇ ਪਾਰਟੀ ਦੇ ਅਨੁਸ਼ਾਸਨ ਦੇ ਵਿੱਚ ਰਹਿ, ਜ਼ਾਬਤੇ 'ਚ ਰਹਿ। ਜੀ।
ਕੋਈ ਗੱਲ ਕਰਨੀ ਆ ਅੰਦਰ ਬਹਿ ਕੇ ਗੱਲ ਕਰ, ਮੀਡੀਆ 'ਚ ਤੂੰ ਲੋਕਾਂ ਦੇ ਪਲੇਟਫਾਰਮ 'ਤੇ ਜਾ ਕੇ ਪਬਲਿਕ ਪਲੇਟਫਾਰਮ 'ਤੇ ਗੱਲ ਕਰਕੇ ਸਾਰਾ ਕੁਝ ਭੰਡੀ ਜਾਂਦਾ, ਪਾਰਟੀ ਨੂੰ ਵੀ, ਕਾਂਗਰਸ ਨੂੰ, ਸਰਕਾਰ ਨੂੰ, ਮੁੱਖ ਮੰਤਰੀ ਨੂੰ। ਤੇ ਇਹ ਗੱਲ ਇਦਾਂ ਚੱਲਣੀ ਨਹੀਂ, ਦੋਨੋਂ ਪਾਸੇ ਰੱਖ ਕੇ ਇੱਕ ਪਾਸੇ ਨੂੰ ਹੋਣਾ ਪੈਣਾ। ਤੇ ਨਾਲ ਇਹ ਵੀ ਕਹਿ ਰਹੇ ਵੀ ਤੈਨੂੰ ਪਾਰਟੀ ਝੱਲੂ ਕਿਹੜੀ, ਇਹ ਵੀ ਇੱਕ ਸਵਾਲ ਆ। ਕੈਪਟਨ ਸਾਹਿਬ ਖੁਦ ਕਹਿ ਰਹੇ ਵੀ ਕਿਸੇ ਪਾਰਟੀ ਨੇ ਤੈਨੂੰ ਚੱਲਣਾ ਨਹੀਂ, ਜੇ ਨਾ ਚੱਲੇ ਤੇ ਆਪਣੀ ਤਾਂ ਬਣਾ ਹੀ ਸਕਦੇ ਨੇ। ਬਿਲਕੁਲ ਉਹਦੀ ਗੱਲ ਵੀ ਰਵਨੀਤ ਬਿੱਟੂ ਹੁਣਾਂ ਨੇ ਕਹੀ ਆ ਵੀ ਜੇ ਹੁਣ ਤੁਹਾਡੇ 'ਚ ਦਮ ਹੈਗਾ ਤਾਂ ਭਾਈ ਪਾਰਟੀ ਬਣਾ ਕੇ ਆ ਜਾ। ਉਹ ਬਿੱਟੂ ਹੁਣੇ ਤਾਂ ਬਹੁਤ ਅੱਗੇ ਚੱਲ ਗਏ, ਉਹ ਕਹਿੰਦੇ ਬਗਲ 'ਚ ਪਾਲਿਆ ਹੋਇਆ ਸੱਪ ਸੀ ਕਾਂਗਰਸ ਦੇ। ਉਹਨਾਂ ਦਾ ਆਪਣਾ ਬਿਆਨ ਸੀ ਵੀ ਇਹ ਬਗਲ ਦੇ ਵਿੱਚ ਕਾਂਗਰਸ ਨੇ ਪਾਲਿਆ ਹੋਇਆ ਸੱਪ ਸੀ, ਸਿਰਫ 4 ਸਾਲ ਹੀ ਹੋਏ ਸੀ ਇਹਨੂੰ ਆਏ ਨੂੰ, ਤਾਂ ਇੰਨਾ ਕੁ ਮਾਨ ਸਨਮਾਨ ਇਹਨੂੰ ਦੇ ਦਿੱਤਾ ਸੀ ਵੀ ਇਹ ਤੋਂ ਝੱਲਿਆ ਨਹੀਂ ਗਿਆ ਜਾਂ ਇਹਦੇ ਤੋਂ ਆਪਣੇ ਜਜ਼ਬ ਨਹੀਂ ਕਰ ਹੋਇਆ, ਜਿੰਨਾ ਕੁ ਮਾਨ ਸਨਮਾਨ ਦੇ ਦਿੱਤਾ ਸੀ ਇਹਨੂੰ। ਕੈਪਟਨ ਸਾਹਿਬ ਫਿਰ ਕਹਿੰਦੇ ਵੀ ਸਾਰੇ 4 ਸਾਲ ਤੁਸੀਂ ਕਾਂਗਰਸ ਦੇ ਖਿਲਾਫ ਹੀ ਬੋਲਦੇ ਰਹੇ, ਹੁਣ ਵੀ ਉਹੀ ਕੰਮ ਤੁਸੀਂ ਫੜਿਆ ਆ ਵੀ ਇਹ ਗੱਲ ਠੀਕ ਨਹੀਂ। ਇਹਦੇ ਨਾਲ ਕਾਂਗਰਸ ਦੇ ਵਿੱਚ ਵੀ ਫੁੱਟ ਜਿਹੜੀ ਪੈਦਾ ਹੁੰਦੀ ਆ, ਕਾਂਗਰਸ ਦੇ ਵਿੱਚ ਅਨਡਿਸਪਲਿਨ ਦੀ ਗੱਲ ਜਦੋਂ ਜਾਂਦੀ ਆ ਤੇ ਹੋਰਾਂ ਤੇ ਵੀ ਇਹਦਾ ਪ੍ਰਭਾਵ ਗਲਤ ਪੈਂਦਾ। ਵੀ ਇਹਨੂੰ ਕਿਸੇ ਪਾਸੇ ਲੱਗਣਾ ਤਾਂ ਲੱਗ ਜਾ, ਜੇ ਪਾਰਟੀ 'ਚ ਰਹਿਣਾ ਤਾਂ ਵੀ ਦੱਸ ਦੇ। ਪਰ ਨਾਲੇ ਉਹਨੇ ਕਿਹਾ ਵੀ ਜਿਹੋ ਜਿਹੇ ਤੁਹਾਡੇ ਹਾਲਾਤ ਆ, ਤੂੰ ਕਾਂਗਰਸ ਪ੍ਰਧਾਨ ਤੇ ਇੱਕ ਪਾਸੇ ਰਿਹਾ, ਉਪ ਮੁੱਖ ਮੰਤਰੀ ਬਣਨ ਦੇ ਵੀ ਕਾਬਲ ਨਹੀਂ। ਇੱਥੋਂ ਤੱਕ ਵੀ ਉਹਨਾਂ ਨੇ ਕਹਿ ਤਾ। ਮਤਲਬ ਕੀ ਆ ਵੀ ਹੁਣ ਜਿਹੜੀ ਲੜਾਈ ਆ ਕੈਪਟਨ ਵਰਸਸ ਸਿੱਧੂ ਦੀ ਖੁੱਲ੍ਹ ਕੇ ਮੈਦਾਨ ਵਿੱਚ ਆ ਗਈ। ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਧੂ ਸਾਹਿਬ ਜਦੋਂ ਵੀ ਬੋਲੇ ਆ ਉਹ ਕੌੜਾ ਹੀ ਬੋਲੇ ਆ, ਕਾਂਗਰਸ ਦੇ ਖਿਲਾਫ, ਕੈਪਟਨ ਦੇ ਖਿਲਾਫ ਬੋਲੇ। ਤਾਂ ਹੁਣ ਤਾਂ ਉਹਨਾਂ ਦੇ ਹੱਥ 'ਚ ਮੁੱਦਾ ਬੜਾ ਵਧੀਆ ਆ ਗਿਆ ਸੀ ਵੀ ਆਖਰ ਬੇਅਦਬੀ ਦਾ ਇਨਸਾਫ ਕਦੋਂ। ਤੇ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਟਵੀਟ ਨਾਲ ਹੀ ਕਰਕੇ ਕਿਹਾ ਵੀ ਇੱਧਰ ਉੱਧਰ ਦੀਆਂ ਗੱਲਾਂ ਨਾਲ ਨਹੀਂ ਕੁਝ ਬਣਨਾ, ਸਾਨੂੰ ਇਹ ਦੱਸੋ ਵੀ ਬੇਅਦਬੀ ਦਾ ਇਨਸਾਫ ਕਿਉਂ ਨਹੀਂ ਮਿਲਿਆ ਅਜੇ ਤੱਕ, ਤੁਹਾਡੀ ਉਹਨਾਂ ਨਾਲ ਭਾਈਵਾਲੀ ਕਿਉਂ ਰਹੀ ਹੈ ਜਿਨ੍ਹਾਂ ਨੂੰ ਤੁਸੀਂ ਦੋਸ਼ੀ ਠਹਿਰਾਉਣਾ ਸੀਗਾ, ਇਹ ਬੰਦੇ ਦੋਸ਼ੀ ਕਿਉਂ ਨਹੀਂ ਠਹਿਰਾਏ ਗਏ। ਪੰਜਾਬ ਦੀ ਰੂਹ, ਪੰਜਾਬੀ, ਉਸ ਤੋਂ ਬਾਅਦ ਜਿਹੜੀ ਮੇਨ ਰੂਹ ਆ ਪੰਜਾਬ ਦੀ ਉਹ ਗੁਰੂ ਗ੍ਰੰਥ ਸਾਹਿਬ ਆ, ਉਹਦੀ ਬੇਅਦਬੀ ਹੋਏ ਨੂੰ 6-7 ਸਾਲ ਹੋ ਗਏ, ਹਜੇ ਤੱਕ ਦੋਸ਼ੀ ਕਟਾਰੇ 'ਚ ਖੜੇ ਨਹੀਂ ਹੈਗੇ। ਤਾਂ ਨਾਲ ਦੀ ਨਾਲ ਟਵੀਟ ਕਰੀ ਗਿਆ, ਚੁੱਪ ਫਿਰ ਵੀ ਨਹੀਂ ਰਿਹਾ। ਹੋ ਸਕਦਾ ਇੱਕ ਅੱਧੇ ਦਿਨ ਵਿੱਚ ਉਹ ਵੀ ਪ੍ਰੈਸ ਕਾਨਫਰੰਸ ਫੇਰ ਕਰਕੇ ਦੁਬਾਰਾ ਕੋਈ ਨਵੇਂ ਪਟਾਰੇ ਦੇ ਵਿੱਚੋਂ ਜਾਂ ਦੁਬਾਰਾ ਨਵੀਆਂ ਗੱਲਾਂ ਦੀ ਵਿਸ਼ਾਰ ਕਰ ਦੇਵੇ, ਤਾਂ ਕੁਝ ਕਹਿ ਨਹੀਂ ਸਕਦੇ ਕਿਉਂ ਕਰ ਦਿੰਦਾ ਹੁੰਦਾ ਉਹ। ਪਰ ਹੁਣ ਉਹ ਲੜਾਈ ਜਦੋਂ ਖੁੱਲ੍ਹ ਕੇ ਸਾਹਮਣੇ ਆ ਗਈ ਤਾਂ ਮੈਨੂੰ ਨਹੀਂ ਲੱਗਦਾ ਵੀ ਸਿੱਧੂ ਦਾ ਕਾਂਗਰਸ ਵਿੱਚ ਹੁਣ ਆਉਣ ਵਾਲੇ ਸਮੇਂ 'ਚ ਰਹਿਣਾ ਸੰਭਵ ਹੋ ਸਕਦਾ, ਕਿਉਂਕਿ ਉਹਨਾਂ ਦੇ ਕੋਈ ਅਹੁਦੇ ਵਾਲੀ ਗੱਲ ਤਾਂ ਬਹੁਤ ਦੂਰ ਦੀ ਰਹਿ ਗਈ। ਕਾਂਗਰਸ ਪਾਰਟੀ ਦੇ ਵਿੱਚੋਂ ਹੀ ਲੱਗਦੀ ਉਹਦੀ ਸੰਭਾਵਨਾ ਬਣ ਗਈ ਆ ਵੀ ਉਲਟੀ ਗਿਣਤੀ ਸ਼ੁਰੂ ਹੋ ਗਈ ਆ। ਤੇ ਅਵਤਾਰ ਜੀ ਅਗਲੀ ਗੱਲ ਕਰੀਏ, ਮੁੱਖ ਮੰਤਰੀ ਸਿਸਵਾ ਆਪਣੇ ਫਾਰਮ ਹਾਊਸ 'ਚ ਨੇ ਤੇ ਵਿਧਾਇਕਾਂ ਦੀਆਂ ਲਗਾਤਾਰ 3 ਦਿਨਾਂ ਤੋਂ ਗੱਡੀਆਂ ਉਧਰ ਨੂੰ ਜਾ ਰਹੀਆਂ ਨੇ ਕਿ ਇਸ ਮੁੱਦੇ ਨੂੰ ਲੈ ਕੇ ਗੱਡੀਆਂ ਉੱਥੇ ਪਹੁੰਚ ਰਹੀਆਂ ਨੇ। ਬਿਲਕੁਲ ਜੀ, ਉਹ ਗੱਲ ਇਦਾਂ ਚੱਲਦੀ ਸੀ ਨਾ ਵੀ ਸਿੱਧੂ ਹੁਣੀ ਜਿਹੜੇ ਤੇਵਰ ਦਿਖਾਲ ਰਹੇ ਆ ਤੇ ਇਹ ਤੋਂ ਲੱਗਦਾ ਵੀ ਖਰੇ ਇਹਨਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ MLA ਆ, ਕਿੰਨੇ ਕੁ ਕਾਂਗਰਸੀ ਆਗੂ ਜੁੜੇ ਆ। ਚਰਚਾ ਇਹ ਆਮ ਹੀ ਮੀਡੀਆ 'ਚ ਸੀਗੀ ਵੀ ਜੇ ਸਿੱਧੂ ਸਾਹਿਬ ਗਏ ਤਾਂ ਆਪਣੇ ਨਾਲ ਕਈ ਲੋਕ ਲੈ ਜਾਓਗੇ, ਕਈ ਅਮਲਾ ਫੈਲਾ ਚੱਲ ਜਾਣਾ, ਕੋਈ ਆਗੂ ਚੱਲ ਜਾਣਗੇ, ਕੋਈ MLA ਚੱਲ ਜਾਣਗੇ। ਉਹ ਇਸ ਗੱਲ ਦੇ ਰੌਲੇ ਵਿੱਚ ਕੈਪਟਨ ਸਾਹਿਬ ਹੀ ਉਹ ਨਬਜ਼ ਟਟੋਲ ਰਹੇ ਆ, ਕਦੇ ਤਾਂ ਆਗੂਆਂ ਨੂੰ ਕਰ ਰਹੇ ਆ, ਕਦੇ MLA ਨੂੰ। ਹੁਣ ਉਹਨਾਂ ਨੇ ਮਾਲਵੇ ਦੇ MLA ਨਾਲ ਮੀਟਿੰਗ ਕੀਤੀ ਆ, ਉਸ ਤੋਂ ਬਾਅਦ ਦੁਆਬੇ ਦੇ ਮਾਝਿਆਂ ਨਾਲ ਵਾਲਿਆਂ ਨਾਲ ਵੀ ਕਰਨੀ ਆ, ਤੇ ਉਹਨਾਂ ਦੀ ਨਬਜ਼ ਟਟੋਲੀ ਆ, ਜਿੱਥੇ ਇੱਕੋ ਗੱਲ ਉੱਭਰ ਕੇ ਸਾਹਮਣੇ ਆਈ ਆ ਵੀ ਜਿਹੜਾ ਬੇਅਦਬੀ ਮਾਮਲੇ 'ਚ ਸਰਕਾਰ ਦੀ ਜਿਹੜੀ ਫਜ਼ੀਹਤ ਹੋਈ ਆ ਇਹ ਨਹੀਂ ਹੋਣੀ ਚਾਹੀਦੀ ਸੀਗੀ, ਵੀ ਆਪਾਂ ਇਹਦੇ 'ਚ ਫਾਡੀ ਰਹਿ ਗਏ ਆ। ਇਸ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਸੀਗੀਆਂ ਵਿਦਿਨ ਦਾ ਟਾਈਮ ਫਰੇਮ, ਜਿਹੜਾ ਕਿ ਤੁਸੀਂ ਵਾਅਦਾ ਕਰਕੇ ਆਏ ਸੀ ਉਹ ਨਹੀਂ ਮਿਲਿਆ। ਇਸ ਗੱਲ ਤੇ ਉਹ ਮੀਟਿੰਗ ਹਾਵੀ ਰਹੀ ਆ। ਕੈਪਟਨ ਸਾਹਿਬ ਇਸ ਗੱਲ ਨੂੰ ਲੈ ਕੇ ਨਬਜ਼ ਟਟੋਲ ਰਹੇ ਆ। ਤਾਂ ਰਵਨੀਤ ਬਿੱਟੂ ਨੂੰ ਵੀ ਪੁੱਛਿਆ ਗਿਆ ਵੀ ਇਹਨਾਂ ਚਰਚਾ ਦੇ ਵਿੱਚ ਜਿਹੜੀ ਚੱਲਦੀ ਆ ਇਹ ਕਿੰਨਾ ਕੁ ਦਮ ਆ। ਉਹ ਕਹਿੰਦੇ ਵੀ ਪਾਰਟੀ ਬਣਾ ਕੇ ਦੇਖ ਲੈਣ, ਤੁਹਾਡੇ ਸਾਹਮਣੇ ਆ ਜਾਊਗਾ ਵੀ ਕਿੰਨੇ ਕੁ ਬੰਦੇ ਇਹਦੇ ਨਾਲ ਜਾਣ ਵਾਲੇ ਆ ਤੇ ਕਿੰਨੇ ਕੁ ਨਹੀਂ ਜਾਣ ਵਾਲੇ ਆ। ਤੇ ਜੇ ਕਹਿੰਦੇ ਜਾਣ ਵਾਲੇ ਹੁੰਦੇ ਤੇ 2016 ਦੇ ਵਿੱਚ 3-4 ਜਣੇ ਸੀਗੇ, ਪ੍ਰਗਟ ਸਿੰਘ, ਸਿੱਧੂ, ਬੈਂਸ ਭਰਾ ਤੇ ਖਹਿਰਾ ਹੋਣੀ, ਇਹ ਸੀਗੇ। ਤੇ ਉਹਨਾਂ ਨੂੰ ਕਿਸੇ ਨੇ ਵੀ ਮੂੰਹ ਨਹੀਂ ਲਾਇਆ ਸੀ। ਤਾਂ ਆਖਰੀ ਟਾਈਮ ਕਹਿੰਦੇ ਟਿਕਟਾਂ ਦੀ ਓਕੇ ਹੋ ਗਈ ਸੀ, ਸਾਰਾ ਕੁਝ ਕਾਂਗਰਸ 'ਚ ਟਿਕਟਾਂ ਦੀ ਫਾਈਨਲਾਈਜੇਸ਼ਨ ਕਰਕੇ ਕੈਪਟਨ ਸਾਹਿਬ ਪ੍ਰਚਾਰ ਲਈ ਪੰਜਾਬ ਆ ਗਏ ਸੀਗੇ। ਬਿੱਟੂ ਸਾਹਿਬ ਦੱਸ ਰਹੇ ਆ ਕੇ ਫਿਰ ਉਹਨਾਂ ਨੂੰ ਮੈਸੇਜ ਮਿਲਿਆ ਪ੍ਰਸ਼ਾਂਤ ਕਿਸ਼ੋਰ ਹੋਣਾ ਰਾਹੀਂ ਵੀ ਨਹੀਂ ਚਲੋ ਜੇ ਬੰਦਾ ਇਹ ਆਉਂਦਾ ਆ ਤਾਂ ਸੈਲੀਬ੍ਰਿਟੀ ਆ ਆਪਾਂ ਲੈ ਲਈਏ। ਤਾਂ ਮੁੜ ਕੇ ਆ ਕੇ ਫਿਰ ਇਹਦਾ ਵਿਚਾਰ ਕੀਤਾ, ਫਿਰ ਇਹਨੂੰ ਨਵੇਂ ਸਿਰੋਂ ਟਿਕਟ ਦਿੱਤੀ ਆ। ਤੇ ਜੇ ਇਹੋ ਜਿਹਾ ਮਾਨ ਸਨਮਾਨ ਇਹਨੂੰ ਮਿਲਿਆ ਸੀਗਾ ਤੇ ਇਸ ਦੇ ਬਾਵਜੂਦ ਵੀ ਇਹ ਤੋਂ ਇੱਕ ਕਿਸਮ ਨਾਲ ਪੰਜਾਬੀ ਭਾਸ਼ਾ 'ਚ ਉਹਨਾਂ ਨੇ ਕਿਹਾ ਹਜ਼ਮ ਨਹੀਂ ਹੋਇਆ। ਜੇ ਹੁੰਦਾ ਹਜ਼ਮ ਤੇ ਇਹ ਇਸ ਤਰੀਕੇ ਨਾਲ ਗੱਲਬਾਤ ਨਹੀਂ ਕਰਦੇ। ਹੁਣ ਸਿੱਧੂ ਸਾਹਿਬ ਨੂੰ ਵੀ ਇੱਕ ਲਕੀਰ ਜ਼ਰੂਰ ਖਿੱਚਣੀ ਪਊਗੀ ਵੀ ਐ ਜਿਹੜੀ ਹੈ ਨਾ ਪਲੇਟਫਾਰਮਾਂ ਤੇ ਬੋਲਣਾ, ਟਵਿੱਟਰ ਤੇ ਬੋਲਣਾ ਜਾਂ ਹੋਰ ਕਿਤੇ ਬੋਲਣਾ, ਇਹ ਗੱਲਾਂ ਨਾਲ ਹੀ ਕੜਾਹ ਬਣਦਾ।
ਜੀ ਗੱਲਾਂ ਚੋਂ ਨਿਕਲਦਾ ਕੁਛ ਨਹੀਂ। ਤੁਸੀਂ ਕੁਛ ਕਰਨਾ ਲੋਕਾਂ ਲਈ, ਤੁਸੀਂ ਪੰਜਾਬ ਨੂੰ ਕੋਈ ਦਿਸ਼ਾ ਦੇਣੀ ਆ ਜਾਂ ਵਿਜ਼ਨ ਦੇਣਾ ਹੈ, ਤੇ ਉਹਦੇ ਲਈ ਇੱਕ ਪਰਪੱਕਤਾ ਨਾਲ ਆਉਣਾ ਪਊਗਾ ਮੂਹਰੇ। ਜੀ ਹੁਣ ਬਿੱਟੂ ਹੋਣੀ ਤਾਂ ਇਹ ਵੀ ਦੋਸ਼ ਲਾ ਰਹੇ ਸੀਗੇ, ਜੀ ਜੋ ਮੈਂ ਉਹਨਾਂ ਤੋਂ ਸੁਣਿਆ, ਬਈ ਕੁੰਵਰ ਵਿਜੇ ਪ੍ਰਤਾਪ ਸਿੱਧੂ ਦੇ ਨੇੜੇ ਸੀ ਬਹੁਤ, ਜੀ ਇਹ ਸੱਚ ਹੈ। ਬਹੁਤ ਨੇੜੇ ਸੀ ਕਹਿੰਦੇ। ਜੀ ਤੇ ਉੱਥੋਂ ਦੋਸ਼ ਲੱਗਦਾ ਕੁੰਵਰ ਵਿਜੇ ਪ੍ਰਤਾਪ ਤੇ, ਵੀ ਜਿਹੜੀ ਰਿਪੋਰਟ ਉਹਨੇ ਹਾਈ ਕੋਰਟ ਨੂੰ ਦਿੱਤੀ ਆ, ਜੀ ਉਹਨੇ ਐਡਵੋਕੇਟ ਜਨਰਲ ਨੂੰ ਵੀ ਨਹੀਂ ਦਿਖਾਲੀ। ਜੀ ਇਹ ਵੀ ਇੱਕ ਆਪ ਉਧਰਾ ਕੰਮ ਹੋ ਗਿਆ। ਜੀ। ਪੰਜਾਬ ਸਰਕਾਰ ਦੀ ਨਿਯੁਕਤ ਕੀਤੀ SIT, ਜੀ ਉਹਦਾ ਜਿਹੜਾ ਮੁਖੀ ਆ ਉਹ ਰਿਪੋਰਟ ਤਿਆਰ ਕਰ ਰਿਹਾ, ਤੇ ਐਡਵੋਕੇਟ ਜਨਰਲ ਨੂੰ ਨਹੀਂ ਦਿਖਾ ਰਿਹਾ। ਐਡਵੋਕੇਟ ਜਨਰਲ ਖੁਦ ਕਹਿ ਰਿਹਾ ਵੀ ਮੈਨੂੰ ਨਹੀਂ ਰਿਪੋਰਟ ਦਿਖਾਲੀ, ਜੇ ਰਿਪੋਰਟ ਦਿਖਾਈ ਹੁੰਦੀ ਮੈਂ ਪੜ੍ਹਦਾ। ਜੀ ਤੇ ਫਿਰ ਰਿਪੋਰਟ ਦਿਖਾਈ ਕਿਹਨੂੰ? ਜੀ ਤੇ ਬਿੱਟੂ ਹੁਣੇ ਕਹਿੰਦੇ ਰਿਪੋਰਟ ਦਿਖਾਈ ਹੋਊਗੀ ਸਿੱਧੂ ਨੂੰ। ਜੀ ਤੇ ਜੇ ਸਿੱਧੂ ਨੇ ਰਿਪੋਰਟ ਪੜ੍ਹੀ ਸੀ ਤਾਂ ਹਾਈ ਕੋਰਟ ਜਾਣ ਕਿਉਂ ਦਿੱਤੀ ਉਹਨੇ? ਜੀ ਇੱਥੇ ਇਹ ਵੀ ਸਵਾਲ ਉੱਠਦਾ। ਤੁਹਾਡੀ ਉਹਦੇ ਨਾਲ ਨੇੜਤਾ ਆ ਵਿਜੇ ਪ੍ਰਤਾਪ ਨਾਲ, ਤੁਹਾਨੂੰ ਇਹ ਪੱਕੀ ਗੱਲ ਆ ਜੋ ਚਰਚਾ ਚੱਲਦੀ ਆ, ਨੇੜਤਾ ਕਰਕੇ ਵਾਕਈ ਉਹ ਦੱਸਿਆ ਹੋਊਗਾ ਤੇ ਮੈਂ ਰਿਪੋਰਟ 'ਚ ਆ ਕੁਝ ਪਾਇਆ। ਤੁਸੀਂ ਉਹਦੇ ਵਿੱਚ ਲੱਭਦੇ, ਕਾਨੂੰਨੀ ਪੱਖ ਦੇਖਦੇ, ਲੀਗਲਾਈਜੇਸ਼ਨ ਦੇਖਦੇ ਕੁਝ, ਫਿਰ ਉਹਨੂੰ ਕਹਿੰਦੇ ਭਾਈ ਹੁਣ ਜਮ੍ਹਾਂ ਕਰਾ। ਵੀ ਤੁਸੀਂ ਉਹ ਰੋਕ ਨਹੀਂ ਸਕੇ। ਹੁਣ ਤੁਸੀਂ ਸਾਰਾ ਭਾਂਡਾ ਭੰਨ ਰਹੇ ਆ ਵੀ ਇਦਾਂ ਹੋ ਗਈ ਤਾਂ ਉਦਾਂ ਹੋ ਗਈ। ਗੱਲਾਂ ਬਾਤਾਂ ਨਾਲ ਕੁਝ ਨਹੀਂ ਹੋਣਾ, ਅਮਲੀ ਰੂਪ 'ਚ ਕੁਝ ਨਾ ਕੁਝ ਕਰਨਾ ਪਊਗਾ। ਸਿੱਧੂ ਸਾਹਿਬ ਨੂੰ ਵੀ ਆਰ ਜਾਂ ਪਾਰ ਕਰਨੀ ਹੋਊਗੀ, ਕਿਉਂਕਿ ਹੁਣ ਮੈਨੂੰ ਲੱਗਦਾ ਵੀ ਕਾਂਗਰਸ ਦੇ ਵਿੱਚ ਜਿਹੜੀ ਉਹਦੀ ਜਿਸ ਤਰ੍ਹਾਂ ਨਾਲ ਵਿਰੋਧਤਾ ਹੋਣੀ ਸ਼ੁਰੂ ਹੋ ਗਈ ਆ, ਆਉਂਦੇ ਸਮੇਂ ਦੇ ਵਿੱਚ ਉਹਦੀ ਸੰਭਾਵਨਾ ਘੱਟ ਹੀ ਜਾਪਦੀ। ਤੇ ਸ਼ੇਰਗਿੱਲ ਜੀ, ਵਿਚਾਰਾਂ ਤੇ ਆਪਾਂ ਚਰਚਾ ਜਾਰੀ ਰੱਖਾਂਗੇ ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਸ਼ੇਰਗਿੱਲ ਜੀ, ਆਪਾਂ ਨਵਜੋਤ ਸਿੱਧੂ ਦੀ ਗੱਲ ਕਰ ਰਹੇ ਸੀ। ਕਾਂਗਰਸ 'ਚੋਂ ਤਾਂ ਹੁਣ ਟਾਟਾ ਬਾਏ ਬਾਏ ਹੋਣ ਵਾਲੀ ਹੈ, ਜਿੱਦਾਂ ਤੁਸੀਂ ਕਿਹਾ, ਤੇ ਫਿਰ ਸਿੱਧੂ ਲਈ ਰਾਹ ਕਿਹੜਾ ਬਚਿਆ? ਦੇਖੋ ਹੁਣ ਤਿੰਨੇ ਚੀਜ਼ਾਂ ਨਹੀਂ ਹੋਣੀਆਂ। ਕਿਹੜੀਆਂ ਨਾ ਤਾਂ ਨਾਸ਼ਤਾ ਨਹੀਂ ਹੋਣਾ, ਨਾ ਦੁਪਹਿਰ ਦਾ ਜਿਹੜਾ ਲੰਚ ਆ ਡਿਪਲੋਮੇਸੀ ਉਹ ਨਹੀਂ ਹੋਣੀ, ਜੀ ਤੇ ਡਿਨਰ ਤਾਂ ਵੈਸੇ ਪਹਿਲਾਂ ਦੀ ਪੈਂਡਿੰਗ ਪਈ ਆ, ਉਹ ਪਤਾ ਨਹੀਂ ਦੁਬਾਰਾ ਚੱਲਣੀ ਕਿ ਨਹੀਂ ਚੱਲਣੀ। ਤੇ ਇਹਦੇ ਲਈ ਬਿਹਤਰ ਰਾਹ ਇਹੀ ਹੋਊਗਾ, ਗ੍ਰੇਸਫੁਲੀ ਆਪਣੇ ਆਪ ਹੀ ਜੇ ਅਸਤੀਫਾ ਦੇ ਕੇ ਕਾਂਗਰਸ ਨੂੰ ਛੱਡ ਜਾਵੇ, ਜੋ ਕਾਂਗਰਸੀ ਆਗੂ ਹੁਣ ਚਾਹੁੰਦੇ ਆ, ਔਰ ਜੋ ਇਸ ਵੇਲੇ ਇਹਦੀ ਦਸ਼ਾ ਬਣ ਗਈ ਆ। ਜੀ ਇਹਦੀ ਹੁਣ ਦਸ਼ਾ ਜਿਸ ਤਰੀਕੇ ਨਾਲ ਕੈਪਟਨ ਸਾਹਿਬ ਸਿੱਧੇ ਹੋ ਗਏ ਆ, ਇਟ ਮੀਨਸ ਇਹ ਆ ਵੀ ਉਹ ਇਹਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ। ਜੀ ਕਰਨਾ ਬੇਸ਼ੱਕ ਹਾਈ ਕਮਾਂਡ ਨੇ ਆ, ਪਰ ਹਾਈ ਕਮਾਂਡ ਕਰਦੀ ਬਹੁਤ ਦੇਰ ਕਰ ਜਾਂਦੀ ਆ। ਉਹ ਹਾਲੇ ਤੱਕ ਤਾਂ ਰਾਹੁਲ ਹੁਣਾਂ ਨੇ ਜੋ ਗੱਲ ਕਹੀ ਸੀ 1-2 ਦਿਨ ਪਹਿਲਾਂ, ਵੀ ਆਪ ਦੇ ਜਿਹੜੇ ਕਾਂਗਰਸ ਦੇ ਜਿੰਨੇ ਮਸਲੇ ਇੱਕ ਸਾਈਡ ਤੇ ਰੱਖ ਲਓ ਤੇ ਕਰੋਨਾ ਦੇ ਮਾਮਲੇ 'ਚ ਲੋਕਾਂ ਦੀ ਮਦਦ ਵੱਲ ਨੂੰ ਆ ਜਾਓ। ਪਰ ਮੈਨੂੰ ਲੱਗਦਾ ਵਾ ਜੇ ਕੈਪਟਨ ਸਾਹਿਬ ਨੂੰ, ਸਿੱਧੂ ਸਾਹਿਬ ਨੂੰ ਰਾਹੁਲ ਦਾ ਮੈਸੇਜ ਪਹੁੰਚਿਆ ਨਹੀਂ, ਉਹ ਹਜੇ ਆਪ ਦੀ ਸਿਆਸਤ 'ਚ ਲੱਗੇ ਹੋਏ ਆ। ਤੇ ਚੰਗਾ ਹੋਊਗਾ ਵੀ ਉਹ ਵੀ ਚੁੱਪ ਕਰ ਜਾਣ ਤੇ ਇਹ ਵੀ ਵਿਚਾਰਾ ਆਪਣੇ ਆਪ ਹੀ ਕਾਂਗਰਸ ਛੱਡ ਕੇ ਚਲੇ ਜਾਵੇ ਕਿਸੇ ਪਾਸੇ। ਤੇ ਇਹ ਤਾਂ ਆਪ ਦੀ ਇਹਦੇ ਤੇ ਡਿਪੈਂਡ ਕਰਦਾ ਕੀ ਕਰੇਗਾ। ਮੈਨੂੰ ਲੱਗਦਾ ਵੀ ਜਦੋਂ ਹੁਣ ਕਾਂਗਰਸ 'ਚ ਉਹਦੀ ਜਗ੍ਹਾ ਬਚੀ ਨਹੀਂ ਤੇ ਇਹਨੂੰ ਛੱਡਣਾ ਹੀ ਉਹਦੇ ਲਈ ਬਿਹਤਰ ਹੋਊਗਾ। ਜੀ ਤੇ ਕਰੋਨਾ ਦੀ ਗੱਲ ਤੁਸੀਂ ਕੀਤੀ, ਕਰੋਨਾ ਦੇ ਹਾਲਾਤ ਵੱਧ ਤੋਂ ਬੱਤਰ ਹੋ ਰਹੇ ਨੇ। ਜੀ ਆਕਸੀਜਨ ਦੀ ਘਾਟ ਸੱਚੀ ਮੁੱਚੀ ਹੈ ਜਾਂ ਪੈਦਾ ਕੀਤੀ ਜਾ ਰਹੀ ਹੈ? ਸਿਆਸਤਦਾਨ ਕਿੰਨੇ ਕੁ ਜ਼ਿੰਮੇਵਾਰ ਨੇ, ਇਹਦੇ ਬਾਰੇ ਦੱਸ ਦਿਓ। ਪਹਿਲਾਂ ਤਾਂ ਇਹਦੇ ਹਾਲਾਤ ਹੀ ਦੱਸਦੇ ਆ ਵੀ ਇੱਕ ਦਿਨ ਜਿਹੜਾ 30,000 ਮਾਮਲਿਆਂ 'ਚ ਰਾਹਤ ਮਿਲੀ ਸੀਗੀ, ਜੀ ਸਿੱਧਾ ਹੀ 3,52,000 ਤੋਂ 3,23 ਤੇ ਆ ਗਏ ਸੀਗੇ। ਜੀ ਅੱਜ ਫੇਰ ਉਹ ਜਿਹੜਾ ਅੰਕੜਾ 3,62 ਨੂੰ ਛੂ ਗਿਆ। ਜੀ 27-2800 ਮੌਤਾਂ ਜਿਹੜੀਆਂ ਰੋਜ਼ਾਨਾ 24 ਘੰਟੇ 'ਚ ਹੋ ਰਹੀਆਂ। ਕਹਿਣ ਤੋਂ ਭਾਵ ਆ ਵੀ ਇਸ ਮਹੀਨੇ ਦੇ ਵਿੱਚ ਹੀ ਮੌਤਾਂ ਦਾ ਅੰਕੜਾ ਇੰਨਾ ਕੁ ਛੂ ਗਿਆ ਪਿਆ। ਆਪਾਂ ਦੇਖੀਏ ਤਾਂ ਹਸਪੀਟਲਾਂ ਦੇ ਵਿੱਚ ਜੀ ਬੈੱਡ ਨਹੀਂ ਮਿਲਦੇ ਤਾਂ ਲਾਈਨਾਂ ਲੱਗੀਆਂ ਆ। ਜੀ ਤੇ ਜੇ ਕਿਤੇ ਕਿਸੇ ਨੂੰ ਬਾਈ ਚਾਂਸ ਕਿਸਮਤ ਨਾਲ ਬੈੱਡ ਮਿਲ ਜਾਂਦਾ ਆ, ਆਕਸੀਜਨ ਨਹੀਂ ਮਿਲਦੀ। ਜੀ ਤੇ ਜੇ ਆਕਸੀਜਨ ਮਿਲ ਜਾਂਦਾ ਆ, ਵੈਂਟੀਲੇਟਰ ਨਹੀਂ ਮਿਲਦੇ। ਜੇ ਉਹ ਵੀ ਕਿਤੇ ਕਿਸਮਤ ਨਾਲ ਮਿਲ ਜਾਏ ਜੀ ਤਾਂ ਚੰਗਾ ਭਲਾ ਬੰਦਾ ਵਾਪਸ ਮੁੜ ਆਉਂਦਾ, ਨਹੀਂ ਤਾਂ ਫਿਰ ਉੱਥੋਂ ਮੁੜ ਕੇ ਜਦੋਂ ਉਹਦੀ ਡੈਥ ਹੋ ਜਾਂਦੀ ਆ ਜੀ ਤੇ ਉਹਦੀ ਦੁਰਗਤੀ ਇਦਾਂ ਦੀ ਆ ਵੀ ਸ਼ਮਸ਼ਾਨ ਘਾਟ ਵਿੱਚ ਜਾ ਕੇ ਉਹਦੇ ਸੰਸਕਾਰ ਲਈ ਵੀ ਜਗ੍ਹਾ ਨਹੀਂ ਮਿਲ ਰਹੀ। ਲਾਈਨਾਂ 'ਚ ਲਾਸ਼ਾਂ ਲੱਖੀਆਂ ਪਈਆਂ ਵੇਟਿੰਗ ਕਰ ਰਹੀ। ਤੁਸੀਂ ਦੇਖੋ ਵੀ ਟੈਸਟਿੰਗ ਤੋਂ ਲੈ ਕੇ ਇਲਾਜ ਤੱਕ ਲਾਈਨਾਂ 'ਚ ਖੜੇ ਬੰਦੇ ਅਖੀਰ ਮੌਤ ਦੇ ਮੂੰਹ ਪੈਣ ਤੋਂ ਬਾਅਦ ਫੇਰ ਲਾਸ਼ਾਂ ਬਣ ਕੇ ਲਾਈਨ 'ਚ ਲੱਗੇ ਹੋਏ ਆ। ਇਦੋਂ ਭਿਆਨਕ ਸਥਿਤੀ ਦੇਸ਼ ਦੀ ਹੋਰ ਕੀ ਹੋ ਸਕਦੀ ਆ? ਹੁਣ ਆਕਸੀਜਨ ਦੀ ਗੱਲ ਤੁਸੀਂ ਕਰਦੇ ਆ ਜੀ, ਆਕਸੀਜਨ ਦੀ ਆਪੇ ਕਹੀ ਜਾਂਦੇ ਵੀ ਘਾਟ ਹੈ ਨਹੀਂ ਜੀ। ਉਧਰੋਂ ਯੂਪੀ ਦੇ ਮੁੱਖ ਮੰਤਰੀ ਕਹਿੰਦੇ ਵੀ ਬਿਲਕੁਲ ਕਿਸੇ ਕਿਸਮ ਦੀ ਘਾਟ ਹੈ ਨਹੀਂ। ਐਵੇਂ ਰੌਲਾ ਪਾਇਆ ਹੋਇਆ ਲੋਕਾਂ ਨੇ, ਮੀਡੀਆ ਨੇ, ਨਾਲ ਦੀ ਚੇਤਾਵਨੀ ਵੀ ਦੇ ਰਹੇ ਆ। ਉਹ ਕਿਹੜੀ? ਜੇ ਕਿਸੇ ਨੇ ਅਫਵਾਹ ਫੈਲਾਈ ਤਾਂ ਮੈਂ ਕਾਰਵਾਈ ਕਰਾਂਗਾ ਜੀ। ਤੇ ਅਫਵਾਹ ਵਾਲੀ ਗੱਲ ਤਾਂ ਮੁੱਖ ਮੰਤਰੀ ਸਾਹਿਬ ਨੂੰ ਜੱਜਦੀ ਨਹੀਂ ਕਹਿਣੀ, ਕਿਉਂਕਿ ਜੋ ਹਾਲਾਤ ਬਿਆਨ ਕਰਦੇ ਆ, ਤਸਵੀਰਾਂ ਵੀਡੀਓ ਸਾਹਮਣੇ ਆ ਜਾਂਦੀਆਂ, ਦੇਖਦੇ ਆ ਸਾਰਾ ਕੁਝ। ਜੀ 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 ਆਗਰੇ ਦੇ ਵਿੱਚ ਆਕਸੀਜਨ ਦੀ ਘਾਟ ਕਾਰਨ ਬੰਦੇ ਮਰ ਗਏ ਜੀ, ਗਾਜ਼ੀਆਬਾਦ 'ਚ ਮਰ ਗਏ ਆਕਸੀਜਨ ਦੀ ਘਾਟ ਕਾਰਨ, ਨੋਇਡਾ 'ਚ ਮਰ ਗਏ ਜੀ। ਤੇ ਕੀ ਇਹ ਇਲਾਕੇ ਯੂਪੀ 'ਚ ਨਹੀਂ ਪੈਂਦੇ ਜੀ? ਇਹਨਾਂ ਦੀ ਉਹ ਪ੍ਰੈਕਟੀਕਲੀ ਕਿਉਂ ਨਹੀਂ ਇਹੋ ਜਿਹੀ ਰਿਪੋਰਟ ਲੈਂਦੇ ਜਿਹੜੀ ਕਿ ਉਦਾਂ ਹੀ ਬਿਆਨ ਦੇਈ ਜਾਂਦੇ ਪਏ ਆਕਸੀਜਨ ਦੀ ਕਿਤੇ ਵੀ ਘਾਟ ਹੈ ਨਹੀਂ ਸਾਡੇ ਸੂਬੇ ਦੇ ਵਿੱਚ? ਜਦ ਕਿ ਜਿਹੜੀ ਹੁਣ ਸੁਪਰ ਸਪਰੈਡਰ ਦੀ ਗੱਲ ਮੈਂ ਪਹਿਲਾਂ ਵੀ ਕੀਤੀ ਸੀ, ਉਹ ਯੂਪੀ
ਔਰ ਉਸ ਤੋਂ ਬਾਅਦ ਬੰਗਾਲ ਬਣਨ ਨੂੰ ਤਿਆਰ ਬੈਠਾ ਆ। ਜੀ ਜਿਸ ਤਰੀਕੇ ਨਾਲ ਹਾਲਾਤ ਉੱਥੇ ਵਿਗੜਦੇ ਜਾ ਰਹੇ ਆ, ਕਾਨਪੁਰ ਦੇਖ ਲਓ, ਲਖਨਊ ਦੇਖ ਲਓ, ਜਿੱਥੇ ਜਿੱਥੇ ਵੀ ਤੁਸੀਂ ਸ਼ਹਿਰ ਦਾ ਨਾਂ ਲੈ ਲਓ, ਉੱਥੋਂ ਦੀਆਂ ਤਸਵੀਰਾਂ ਕੱਢ ਕੇ ਦੇਖ ਲਓ, ਉਹ ਕੁਝ ਹੋਰ ਹੀ ਭਿਆਨਕ ਮੰਜ਼ਰ ਪੇਸ਼ ਕਰਦੀਆਂ। ਤੇ ਅਵਤਾਰ ਜੀ, ਕੱਲ ਹਰਿਆਣਾ ਦੇ ਮੁੱਖ ਮੰਤਰੀ ਦਾ ਵੀ ਇੱਕ ਵਿਵਾਦਿਤ ਬਿਆਨ ਕਹਿ ਰਹੇ ਨੇ, ਜਦੋਂ ਰਿਪੋਰਟਰ ਨੇ ਪੁੱਛਿਆ ਨਾ ਵੀ ਆ ਲੋਕਾਂ ਦੀ ਮੌਤ ਹੋ ਰਹੀ ਹੈ ਤੇ ਇਹਦਾ ਜਵਾਬ ਕੌਣ ਦੇਗਾ? ਦੇਖੋ ਹੁਣ ਹੜਬੜਾਹਟ ਵਿੱਚ ਆ ਗਏ, ਹੁਣ ਕਰਨ ਵੀ ਕੀ ਉਹ। ਜੀ ਇੱਕ ਪਾਸੇ ਤਾਂ ਉਹ ਕੇਂਦਰ ਦੇ ਖਿਲਾਫ ਬੋਲ ਨਹੀਂ ਸਕਦੇ, ਜਿਹੜੇ ਯੋਗੀ ਆਦਿੱਤਿਆਨਾਥ ਕਹਿ ਰਹੇ ਨਾ ਵੀ ਆਕਸੀਜਨ ਦੀ ਘਾਟ ਕੋਈ ਨਹੀਂ ਸਾਡੇ ਸੂਬੇ 'ਚ, ਜੀ ਉਹ ਲੱਗਦਾ ਵੀ ਕੇਂਦਰ ਦਾ ਖੁੰਡਾ ਹੀ ਆ ਉਹਨਾਂ ਦੇ ਉੱਤੇ, ਜੀ ਤਾਂ ਕਰਕੇ ਉਹ ਸੱਚ ਬਿਆਨ ਨਹੀਂ ਕਰਦੇ। ਜੀ ਕਰ ਦੇਣਾ ਚਾਹੀਦਾ। ਮਨੁੱਖਤਾ ਨੂੰ ਹਮੇਸ਼ਾ ਸਿਆਸਤ ਤੋਂ ਉੱਪਰ ਰੱਖਣੀ ਚਾਹੀਦੀ ਆ। ਜੀ। ਕੁਰਸੀ ਆਉਂਦੀ ਜਾਂਦੀ ਰਹਿੰਦੀ ਆ, ਸੱਤਾ ਆਉਂਦਾ ਹੀ ਜਾਂਦੀ ਰਹਿੰਦੀ ਆ, ਬੰਦੇ ਕਦੇ ਅੱਜ ਕੋਈ ਕੱਲ ਹੋਈ, ਪਰ ਜਿਹੜਾ ਮਨੁੱਖਤਾ ਦੀ ਸੇਵਾ ਕੀਤੀ ਆ ਨਾ, ਉਹ ਯਾਦ ਰਹਿ ਜਾਂਦੀ ਰਹਿੰਦੀ ਦੁਨੀਆ ਤੱਕ। ਜੀ। ਪਰ ਉਧਰ ਧਿਆਨ ਹੈ ਨਹੀਂ ਇਹਨਾਂ ਦਾ। ਇਹੀ ਕਾਰਨ ਹੈ ਵੀ ਮਨੋਹਰ ਲਾਲ ਖੱਟਰ ਹੋਣੀ ਕਹਿੰਦੇ ਆ ਵੀ ਅੰਕੜਿਆਂ ਵੱਲ ਨੂੰ ਨਾ ਜਾਓ, ਜਿਹੜੇ ਚਲੇ ਗਏ ਉਹ ਕਿਹੜਾ ਵਾਪਸ ਆਉਣੇ ਆ। ਜੀ ਤੇ ਇਹਦੇ ਨਾਲ ਮੈਂ ਇੱਕ ਹੋਰ ਜੋੜ ਦਵਾਂ, ਯੂਪੀ ਦਾ ਇੱਕ ਸਮਾਜਵਾਦੀ ਪਾਰਟੀ ਦਾ ਵੱਡਾ ਲੀਡਰ ਜੀ ਟੀਵੀ ਚੈਨਲ ਦੇ ਉੱਤੇ ਬਹਿ ਕੇ ਜਿੰਨਾ ਕੁ ਸਮਾਂ ਉਹਨੂੰ ਮਿਲਿਆ ਸੀ ਨਾ ਉਹ ਡਿਬੇਟ ਕਰਨ ਦਾ, ਜੀ ਉਹਦੇ ਹੰਝੂ ਨਹੀਂ ਰੁਕੇ ਔਰ ਉਹ ਰੋਣਾ ਬੰਦ ਨਹੀਂ ਕੀਤਾ। ਜੀ ਕਾਰਨ ਇਹ ਉਹਦੇ ਸੇਕ ਆਪ ਨੂੰ ਲੱਗਾ ਹੋਇਆ ਸੀ। ਜੀ ਲੋਕਾਂ ਦੀ ਗੱਲ ਕਰਕੇ ਤਾਂ ਸੀਗਾ ਹੀ, ਸਮੇਂ ਬਹੁਤ ਭਾਵੁਕ ਹੋ ਗਿਆ, ਜੀ। ਪਰ ਉਹਨੂੰ ਸੇਕ ਆਪ ਦਾ ਲੱਗਾ ਹੋਇਆ ਸੀ। ਉਹ 4-5 ਮਿੰਟ ਦੇ ਵਿੱਚ ਹੀ ਉਹਨੇ ਆਪਣੇ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਪਤਾ ਨਹੀਂ ਕਿੰਨੇ ਕੁ ਬੰਦੇ ਗਣਵਾਤੇ ਜਿਹੜੇ ਇਹਦੀ ਭੇਡ ਚੜ ਗਏ ਜੀ ਕਰੋਨਾ ਦੀ। ਜੀ ਕਦੇ ਭਤੀਜੀ, ਕਦੇ ਮਾਸੀ, ਕਦੇ ਤਾਈ, ਕਦੇ ਚਾਚੀ, ਮਤਲਬ ਸਾਰੇ ਰਿਸ਼ਤੇਦਾਰ, ਇੱਥੋਂ ਤੱਕ ਕਿ ਆਪਣੇ ਬੱਚਿਆਂ ਦਾ ਵੀ ਕਹਿਤਾ ਵੀ ਮੈਂ ਵੀ ਆਈਸੋਲੇਸ਼ਨ ਦੇ ਵਿੱਚ ਹੀ ਹਾਂ ਇਸ ਵੇਲੇ। ਜੀ ਤਾਂ ਆਹ ਹਾਲ ਆ ਯੂਪੀ ਦੇ ਵਿੱਚ। ਤਾਂ ਯੂਪੀ ਵਾਲੇ ਜਿਹੜੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਪਏ ਆਕਸੀਜਨ ਦੀ ਘਾਟ ਨਹੀਂ ਹੈਗੀ। ਆਕਸੀਜਨ ਦੀ ਘਾਟ ਪੈਦਾ ਕਿਹਨੇ ਕੀਤੀ, ਇਹ ਵੀ ਇੱਕ ਸਵਾਲ ਹੈ। ਦੇਖੋ ਪਿਛਲੇ ਸਾਲ ਲਾਕਡਾਊਨ ਦੇ ਵਿੱਚ ਜਦੋਂ ਸਮਾਂ ਮਿਲਿਆ ਸੀ ਸਰਕਾਰ ਨੂੰ, ਬਾਕੀ ਦੇਸ਼ਾਂ ਵਾਲਿਆਂ ਨੇ ਸਿਹਤ ਸਹੂਲਤਾਂ ਨੂੰ, ਸਿਹਤ ਬੁਨਿਆਦੀ ਢਾਂਚੇ ਨੂੰ ਇੰਨਾ ਕੁ ਮਜ਼ਬੂਤ ਕਰ ਲਿਆ ਪਏ ਹੁਣ ਉਹ ਟਾਕਰਾ ਕਰਨ ਦੇ ਮੁਕਾਬਲੇ ਤੇ ਆ ਗਏ। ਜੀ ਸਾਡੇ ਵਾਲਿਆਂ ਨੇ ਕੁਛ ਇਹੋ ਜਿਹੀ ਗੱਲ ਨਹੀਂ ਕੀਤੀ ਵੀ ਅਸੀਂ ਇਹਦੇ ਲਈ ਅਗਲੀ ਤਿਆਰੀ ਕਰ ਲਈ ਆਉਂਦੇ ਸਮੇਂ ਦੇ ਵਿੱਚ, ਜਦ ਕਿ ਪਤਾ ਸੀਗਾ ਇਹਨਾਂ ਨੂੰ ਵੀ ਦੂਜੀ ਤੀਜੀ ਚੌਥੀ ਲਹਿਰ ਜਿਹੜੀ ਵੀ ਆਉਣੀ ਆ ਉਹ ਇਦੋਂ ਭਿਆਨਕ ਹੋਣੀ ਆ। ਬਾਵਜੂਦ ਇਸ ਦੇ ਇਹਨਾਂ ਦੇ ਵੋਟਾਂ ਤੋਂ ਸਿਵਾ ਹੋਰ ਕੋਈ ਕੰਮ ਨਹੀਂ ਕੀਤਾ। ਤੇ ਅਵਤਾਰ ਜੀ, ਇੱਕ ਸੋਸ਼ਲ ਮੀਡੀਆ ਤੇ ਨਾ ਪਿਕਚਰ ਵਾਇਰਲ ਹੈ, ਕਿਸੇ ਨੇ ਬਣਾਈ ਖਾਸ ਤੌਰ ਤੇ, ਹਾਥੀ ਵਿਚਾਰਾ ਡਿੱਗਿਆ ਪਿਆ, ਉੱਪਰ ਮੋਦੀ ਜੀ ਉਹ ਰੱਥ ਵਾਂਗੂ ਜਿਹੜਾ ਬਣਿਆ ਨਹੀਂ ਹੁੰਦਾ ਮੌਂਟੀ ਜੀ, ਉਹਦੇ ਵਿੱਚ ਸਜੇ ਹਾਰ ਪਾ ਕੇ। ਜੀ ਉਹ ਤਸਵੀਰ ਕਹਿੰਦੇ ਕਿ ਇਹ ਬਿਆਨ ਕਰਦੀ ਹੈ ਕਿ ਚੋਣਾਂ ਤੇ ਜਿਹੜੇ ਮੈਚਸ ਹੋ ਰਹੇ, ਇਸ ਕਰਕੇ ਭਾਰਤ ਦੀ ਇਹ ਭਿਆਨਕ ਸਥਿਤੀ ਬਣ ਗਈ ਹੈ। ਬਹੁਤ ਮਜ਼ਾਕ ਉਡਾਇਆ ਜਾ ਰਿਹਾ ਜੀ। ਅਦਾਲਤਾਂ ਵੀ ਇਹਨਾਂ ਨੂੰ ਕਹਿ ਰਹੀਆਂ, ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਝਾੜ ਪਾ ਰਹੀਆਂ। ਸਿਰਫ ਇੱਕ ਸ਼ਬਦ ਨਹੀਂ ਉਹ ਵਰਤਿਆ ਜੀ, ਜੇ ਵਰਤ ਲੈਂਦੇ ਤਾਂ ਸ਼ਾਇਦ ਉਹ ਇਹਨਾਂ ਲਈ ਥੋੜਾ ਜਿਹਾ ਮਾੜਾ ਹੁੰਦਾ। ਉਹ ਸ਼ਬਦ ਹੈਗਾ ਲਾਹਨਤ ਜੀ। ਲਾਹਨਤਾਂ ਹੀ ਨਹੀਂ ਪਈਆਂ, ਬਾਕੀ ਸਾਰਾ ਕੁਝ ਕਹਿ ਦਿੱਤਾ ਉਹਨਾਂ ਨੇ ਜੀ। ਦਿੱਲੀ ਹਾਈ ਕੋਰਟ ਦੀ ਜਿਸ ਤਰ੍ਹਾਂ ਦੀ ਸਖਤੀ ਦਿਸੀ ਆ ਜੀ, ਉਹ ਆਪਣੇ ਆਪ 'ਚ ਦੱਸਦੀ ਆ ਵੀ ਉਹਨਾਂ ਜੱਜ ਸਾਹਿਬਾਨ ਦੀ ਵਿਵਸਥਾ ਕਿੱਦਾਂ ਦੀ ਹੋਊਗੀ। ਭਿਆਨਕ ਦ੍ਰਿਸ਼ ਦੇਖ ਕੇ ਵੀ ਜਿਹੜੇ ਉਹ ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਸਰਕਾਰ ਨੂੰ, ਬੈਗ, ਬੋਰੋ ਔਰ ਸਟੀਲ, 3 ਚੀਜ਼ਾਂ ਉਹਨਾਂ ਨੇ ਕਹੀਆਂ। ਸਾਨੂੰ ਨਹੀਂ ਪਤਾ, ਕਹਿੰਦੇ ਤੁਸੀਂ ਬੰਦੇ ਬਚਾਉਣੇ ਆ, ਚਾਹੇ ਤਾਂ ਤੁਸੀਂ ਭੀਖ ਮੰਗ ਕੇ ਆਕਸੀਜਨ ਲਿਆਓ ਜੀ, ਚਾਹੇ ਕਿਤੋਂ ਤੁਸੀਂ ਕਰਜ਼ਾ ਲੈ ਕੇ ਆਓ ਜੀ, ਕਿਸੇ ਤੋਂ ਉਧਾਰ ਲੈ ਕੇ ਆਓ ਜੀ, ਜਾਂ ਫਿਰ ਚੋਰੀ ਕਰਕੇ ਲੈ ਆਓ। ਬੰਦੇ ਨਹੀਂ ਮਰਨੇ ਚਾਹੀਦੇ ਆਕਸੀਜਨ ਦੀ ਘਾਟ ਕਰਕੇ ਜੀ। ਇੱਥੋਂ ਤੱਕ ਅਦਾਲਤਾਂ ਇਹਨਾਂ ਨੂੰ ਕਹਿ ਰਹੀਆਂ। ਸ਼ਬਦ ਸਿਰਫ ਇੱਕੋ ਨਹੀਂ ਵਰਤਿਆ ਜੋ ਮੈਂ ਵਰਤ ਰਿਹਾ, ਉਹ ਇਦੋਂ ਵੱਡੀ ਲਾਹਨਤ ਹੋਰ ਨਹੀਂ ਹੋ ਸਕਦੀ। ਤੇ ਉਹ ਜਾਗਰੂਕ ਕਰਦੀਆਂ। ਇਹ ਵੀ ਉਹਨਾਂ ਦਾ ਜਿੰਨਾ ਵੀ ਧੰਨਵਾਦ ਕਰੀਏ ਅਦਾਲਤਾਂ ਦਾ ਚੰਗਾ ਆ। ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਵੀ ਅਸੀਂ ਮੂਕ ਦਰਸ਼ਕ ਨਹੀਂ ਬਣ ਸਕਦੇ। ਚੰਗੀ ਗੱਲ ਹੈ, ਅਦਾਲਤਾਂ ਇਹਨਾਂ ਨੂੰ ਜਾਗਰੂਕ ਕਰ ਰਹੀਆਂ, ਪਰ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਕੀ ਬਣਦੀ ਹੈ। ਮੈਂ ਥੋੜਾ ਜਿਹਾ ਪਿੱਛੇ ਗੱਲ ਕਰਦਾ ਸੀਗਾ ਵੀ ਅਪ੍ਰੈਲ 2020 ਤੋਂ ਲੈ ਕੇ ਜਨਵਰੀ 2021 ਤੱਕ ਜਦੋਂ ਇਹਨਾਂ ਨੇ ਕੱਛਾਂ ਵਜਾਉਣੀਆਂ ਸ਼ੁਰੂ ਕੀਤੀਆਂ ਵੀ ਦੇਖੋ ਜੀ ਕਰੋਨਾ ਤੋਂ ਰਾਹਤ ਮਿਲ ਗਈ, ਅਸੀਂ ਭਜਾਤਾ ਕਰੋਨਾ ਭਜਾਤਾ, ਤਾਂ ਇੱਥੋਂ ਤੱਕ ਕਿ ਉਹ ਚੋਣਾਂ ਦੇ ਵਿੱਚ ਵੀ ਭਾਸ਼ਣ ਇਹ ਬਣ ਗਏ ਸੀਗੇ ਵੀ ਹਮਾਰੀ ਜੋ ਸਮਰੱਥਾ ਥी कोरोना के साथ लड़ने की उसको बाकी मुल्कों ने भी देखा और वो हमारी सराहना शलाघा कर रहे हैं, बहुत प्रशंसा कर रहे हैं। तो देखो हुण हाल की आ। उस समय दौरान इन्होंने अप्रैल 2020 तो लैके जनवरी 2021 तक 9000 मीट्रिक टन ऑक्सीजन ਐਕਸਪੋਰਟ ਕਰਤਾ ਬਾਹਰ ਜੀ। ਕਿਉਂ ਕੀਤਾ ਉਹ? ਅੱਜ ਉਸੇ ਆਕਸੀਜਨ ਨੂੰ ਅਸੀਂ ਤਰਸ ਰਹੇ ਹਾਂ। ਹੁਣ ਬਾਹਰਲੇ ਦੇਸ਼ ਸਾਡੀ ਮਦਦ ਨੂੰ ਆ ਰਹੇ ਆ। ਇਹ ਹੈ ਨਾ ਹੈਰਾਨੀਜਨਕ ਔਰ ਸ਼ਰਮਨਾਕ ਗੱਲ। ਬਿਲਕੁਲ। ਉਦੋਂ ਇਹਨਾਂ ਨੇ ਉਹ 9000 ਮੀਟ੍ਰਿਕ ਟਨ ਐਕਸਪੋਰਟ ਕਰਨ ਦਾ ਪੈਸਾ ਕਿੰਨਾ ਕਮਾਇਆ? ਕੇਵਲ 9 ਕਰੋੜ। ਉਸ 9 ਕਰੋੜ ਦੇ ਬਦਲੇ ਤੁਸੀਂ ਆਕਸੀਜਨ
ਦੇਸ਼ 'ਚ ਬਣੀਊ ਜੀ। ਬਾਹਰ ਭੇਜੀ ਜਾਂਦੇ ਆ, ਜਦ ਕਿ ਹਾਲੇ ਪਤਾ ਕੁਛ ਨਹੀਂ ਵੀ ਮੂਹਰੇ ਆਉਣ ਵਾਲਾ ਸਮਾਂ ਕਿੱਦਾਂ ਦਾ ਆ। ਜੀ। ਤੁਸੀਂ ਉਹਨੂੰ ਸਟੋਰ ਕਰਕੇ ਰੱਖ ਸਕਦੇ ਸੀਗੇ। ਤੁਸੀਂ ਇਹ ਦੇਖ ਲਓ ਵੀ ਬੰਦੇ ਦੇ ਵਿੱਚ ਜਦੋਂ ਆਕਸੀਜਨ ਮੁੱਕਦੀ ਆ ਨਾ ਤਾਂ ਸਾਹ ਖਤਮ ਹੁੰਦੇ ਆ। ਜੀ ਆਕਸੀਜਨ ਦੇ ਸਹਾਰੇ ਬੰਦਾ ਤੁਰਿਆ ਫਿਰਦਾ ਜੀ ਕਿ ਜਿਸ ਦੇਸ਼ 'ਚੋਂ ਹੀ ਆਕਸੀਜਨ ਮੁੱਕ ਜਾਏ ਜੀ ਉਸ ਦੇਸ਼ ਦਾ ਕੀ ਬਣੂਗਾ। ਇੱਕ ਸਾਹ ਪ੍ਰਣਾਲੀ ਹੀ ਹੈ ਆਕਸੀਜਨ, ਤੇ ਜੇ ਪੂਰੇ ਦੇਸ਼ 'ਚੋਂ ਹੀ ਆਕਸੀਜਨ ਖਤਮ ਹੋਣ ਦੀਆਂ ਗੱਲਾਂ ਜਿਹੜੀਆਂ ਆ ਰਹੀਆਂ ਤੇ ਉਸ ਦੇਸ਼ ਨੂੰ ਸਾਹ ਕੌਣ ਦੇਣ ਵਾਲਾ ਰਹੂਗਾ, ਇੱਕ ਬਹੁਤ ਵੱਡਾ ਸਵਾਲ ਆ। ਜੀ ਉਹ ਦੇਤਾ ਉਹਨਾਂ ਨੇ 9 ਕਰੋੜ ਕਮਾਈ ਕਰ ਲਈ। ਜੀ ਉਸ ਤੋਂ ਬਾਅਦ ਆ ਜਾਂਦੀ ਆ ਵੀ ਉਸ ਸਮੇਂ ਦੌਰਾਨ ਇਹਨਾਂ ਨੇ ਆਪਣੀ ਵੈਕਸੀਨੇਸ਼ਨ ਡਰਾਈਵ ਗਾਹਾਂ ਚਲਾਉਣ ਲਈ ਵੀ ਕੋਈ ਕੰਮ ਨਹੀਂ ਕੀਤਾ। ਜੀ ਇਜ਼ਰਾਈਲ ਛੋਟਾ ਜਿਹਾ ਮੁਲਕ ਆ, ਜੀ ਉੱਥੇ ਆਬਾਦੀ ਮਹਿਜ਼ 90 ਲੱਖ ਜਾਂ ਕਰੋੜ ਆ। ਜੀ ਪਰ ਜਦੋਂ ਉਹਨਾਂ ਦੇ ਹਿਸਾਬ ਆਇਆ ਸੀ ਨਾ ਵੀ ਲਾਕਡਾਊਨ ਲੱਗਣ ਵਾਲਾ, ਤੇ ਉਸ ਲਾਕਡਾਊਨ ਪੀਰੀਅਡ ਦੇ ਵਿੱਚ ਉਹਨਾਂ ਦੇ ਬਹੁਤ ਵੱਡੇ ਵੱਡੇ ਮਾਹਰਾਂ ਨੇ, ਇੱਥੋਂ ਤੱਕ ਕਿ ਜਿਹੜੇ ਉਹਨਾਂ ਦੇ MP ਮੰਤਰੀ ਆ ਬਹੁਤ ਪੜ੍ਹੇ ਲਿਖੇ ਆ, ਉਹਨਾਂ ਦਾ ਪ੍ਰਧਾਨ ਮੰਤਰੀ ਖੁਦ ਬਹੁਤ ਪੜ੍ਹਿਆ ਲਿਖਿਆ ਆ। ਉਹਨਾਂ ਨੇ ਇਹ ਸੋਚਿਆ ਵੀ ਲਾਕਡਾਊਨ ਦੇ ਵਿੱਚ ਆਪਾਂ ਕੀ ਕੀਤਾ ਜਾਵੇ। ਜੀ ਉਹਨਾਂ ਨੇ ਦੇਖਿਆ ਵੀ ਸਾਡੀਆਂ ਜਿਹੜੀਆਂ ਜੇ ਕੋਈ ਚੱਲ ਰਹੀਆਂ ਟੀਕਾਕਰਨ ਦੇ ਵਿੱਚ ਟੀਕਾ ਬਣਾਉਣ ਵਾਲੀਆਂ ਕੰਮ ਚੱਲ ਰਿਹਾ, ਪਤਾ ਨਹੀਂ ਕਦੋਂ ਬਣਦਾ। ਜੀ ਉਹਨਾਂ ਨੇ 30 ਲੱਖ ਡੋਜ਼ ਫਾਈਜ਼ਰ ਵਾਲਿਆਂ ਨੂੰ ਔਰ ਮੋਡਰਨਾ ਵਾਲਿਆਂ ਨੂੰ ਐਡਵਾਂਸ ਹੀ ਬੁਕਿੰਗ ਕਰਾਤੀ ਸੀਗੀ। ਜੀ 30 ਲੱਖ ਡੋਜ਼ ਜਿਹੜੀ ਐਡਵਾਂਸ 'ਚ ਬੁਕਿੰਗ ਕਰਾਤੀ ਸੀਗੀ ਵੀ ਜਦੋਂ ਤੁਹਾਡਾ ਟੀਕਾ ਬਣਿਆ ਪਹਿਲੀ ਖੇਪ ਸਾਡੇ ਆਉਣੀ ਚਾਹੀਦੀ ਆ। ਜੀ ਤੇ ਅੱਜ ਉੱਥੇ ਕੀ ਆ, 60% ਆਬਾਦੀ ਨੂੰ ਟੀਕਾ ਲੱਗ ਗਿਆ ਜੀ ਪਹਿਲਾ ਡੋਜ਼, 56% ਆਬਾਦੀ ਨੂੰ ਸੈਕੰਡ ਡੋਜ਼ ਵੀ ਲੱਗ ਗਿਆ। ਜੀ। ਤੇ ਹਾਲਾਤ ਉੱਥੇ ਇਹ ਆ ਕਿ ਉੱਥੇ ਮਾਸਕ ਵੀ ਖਤਮ ਕਰਤਾ, ਜੀ ਤੇ ਉਲਟਾ ਸਾਡੇ ਦੇਸ਼ ਵਿੱਚ ਕਹਿ ਰਹੇ ਵੀ ਘਰ 'ਚ ਬਹਿ ਕੇ ਵੀ ਮਾਸਕ ਲਾਓ। ਤੇ ਸ਼ੇਰਗਿੱਲ ਜੀ, ਕਰੋਨਾ ਤੇ ਆਪਾਂ ਹੋਰ ਵੀ ਵਿਚਾਰਾਂ ਕਰਨੀਆਂ ਨੇ, ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਅਵਤਾਰ ਜੀ, ਗੱਲ ਕਰੋਨਾ ਦੀ ਚੱਲ ਰਹੀ ਹੈ ਤੇ ਉਹੀ ਕਰਾਂਗੇ। ਮੈਂ ਇਹਦੇ ਵਿੱਚ ਇਸ ਕਰਕੇ ਇਹ ਸਾਰਾ ਕੁਝ ਦੱਸ ਰਿਹਾ ਕਿ ਸਰਕਾਰ ਦੀ ਨਾਕਾਮੀ ਸ਼ੋ ਹੋ ਰਹੀ ਆ ਕਿ ਜਿਹੜੀ ਲਾਈਨਾਂ ਲੱਗ ਰਹੀਆਂ ਲਾਸ਼ਾਂ ਲਈ ਵੀ, ਜੀ ਬੇਜਾਨ ਬੰਦੇ ਜਿਹੜੇ ਆ ਉਹਨਾਂ 'ਚ ਜਾਨ ਹੈ ਨਹੀਂ। ਜੋ ਤਸਵੀਰਾਂ ਆ ਰਹੀਆਂ ਪਏ ਉਹ ਸ਼ਮਸ਼ਾਨ ਘਾਟ ਤੋਂ ਲੈ ਕੇ ਲਾਸ਼ਾਂ ਦੀ ਲਾਈਨਾਂ ਲੱਗੀਆਂ ਪਈਆਂ। ਵਾਰੀ ਕਦੋਂ ਆਉਣੀ ਆ? 16 ਘੰਟੇ ਜੀ 20 ਘੰਟੇ ਬੰਦਾ ਬਾਹਰ ਬੈਠਾ ਵੇਟ ਕਰ ਰਿਹਾ। ਉਹਨੂੰ ਨਸੀਬ ਨਹੀਂ, ਉਹਨੂੰ ਪਤਾ ਵੀ ਮੈਂ ਉਹਦਾ ਆਖਰੀ ਮੁੱਖ ਵੀ ਨਹੀਂ ਦੇਖ ਸਕਣਾ ਆਖਰੀ ਪਲ ਤੇ, ਫਿਰ ਵੀ ਉਹਨੂੰ ਵੇਟ ਕਰਦਾ ਵੀ ਜਿੰਨਾ ਚਿਰ ਉਹਦੀ ਜਿਹੜੀ ਆਖਰੀ ਰਸਮ ਪੂਰੀ ਨਹੀਂ ਹੁੰਦੀ ਮੈਂ ਨਹੀਂ ਜਾਣਾ। ਜੀ ਇਹੋ ਜਿਹੇ ਹਾਲਾਤ ਜਿਹੜੇ ਦੇਸ਼ ਦੇ ਬਣ ਗਏ, ਇਹਦੇ ਲਈ ਜ਼ਿੰਮੇਵਾਰ ਕੌਣ ਆ? ਸਰਕਾਰਾਂ ਹੀ ਜ਼ਿੰਮੇਵਾਰ ਆ। ਸੈਂਟਰ ਤਾਂ ਹੈਗੀ ਸੂਬਾ ਸਰਕਾਰਾਂ ਵੀ ਨਾਲ ਹੀ ਜ਼ਿੰਮੇਵਾਰ ਆ। ਮੈਂ ਇਜ਼ਰਾਈਲ ਤੇ ਫੇਰ ਪਹੁੰਚਦਾ। ਜੀ ਇਜ਼ਰਾਈਲ ਦੇ ਵਿੱਚ ਪੂਰੀ ਤਰ੍ਹਾਂ ਮਾਸਕ ਪਾਉਣ ਤੋਂ ਪਾਬੰਦੀ ਜਿਹੜੀ ਗਾਈਡਲਾਈਨਾਂ ਹਟਾਤੀਆਂ, ਜੀ ਮਤਲਬ ਉੱਥੇ ਕਰੋਨਾ ਮੁਕਤ ਹੋ ਗਿਆ। ਜੀ ਕਾਰਨ ਕੀ ਸੀ? ਉਹਨਾਂ ਦੀ ਪਲੈਨਿੰਗ ਇਦਾਂ ਦੀ ਸੀਗੀ। ਜੀ ਫਿਰ ਉਹਨਾਂ ਨੇ ਇੱਕ ਹੋਰ ਚੀਜ਼ ਜਿਹੜੀ ਪਲੈਨਿੰਗ ਕੀਤੀ ਸੀਗੀ ਕਿ ਲਾਕਡਾਊਨ ਦੇ ਵਿੱਚ ਜੇ ਲਾਇਆ ਅਸੀਂ ਜੀ ਤੇ ਸਾਨੂੰ ਆਰਥਿਕ ਪੱਖੋਂ ਕਿੰਨਾ ਨੁਕਸਾਨ ਹੋਣਾ। ਤੇ ਨਾਲ ਉਹਨਾਂ ਨੇ ਇਹ ਦੇਖਿਆ ਵੀ ਜੇ ਅਸੀਂ ਡੋਜ਼ ਪਹਿਲਾਂ ਹੀ ਐਡਵਾਂਸ ਦੀ ਬੁਕਿੰਗ ਕਰ ਦਈਏ ਤਾਂ ਸਾਨੂੰ ਉਹਦਾ ਕਿੰਨਾ ਖਰਚਾ ਪੈਣਾ। ਉਹ ਦੋਨਾਂ ਦੀ ਜਿਹੜੀ ਕੰਪੈਰੀਜ਼ਨ ਕਰਕੇ ਦੇਖਿਆ ਤਾਂ ਉਹਨਾਂ ਨੇ ਦੇਖਿਆ ਵੀ ਲਾਕਡਾਊਨ ਦਾ ਨੁਕਸਾਨ ਜ਼ਿਆਦੇ ਆ, ਜੀ ਟੀਕਿਆਂ ਦੀ ਜਿਹੜੀ ਐਡਵਾਂਸ ਬੁਕਿੰਗ ਫੇਰ ਘੱਟ ਆ, ਜੀ ਤੇ ਆਪਾਂ ਤੁਰਨਾ ਉਧਰ ਨੂੰ ਹੀ ਆ। ਹਾਂ, ਤੇ ਪਹਿਲਾਂ ਹੀ ਕਰ ਲਈਏ। ਪਹਿਲਾਂ ਵੈਕਸੀਨੇਸ਼ਨ ਹੀ ਕਹਿੰਦੇ ਸੀ ਨਾ ਵੀ ਵੈਕਸੀਨ ਆ ਲੈਣ ਦਿਓ ਫੇਰ ਹੀ ਕਰੋਨਾ ਦੀ ਕੋਈ ਗੱਲ ਹੋਊਗੀ, ਇਹਦੇ ਵਿੱਚ ਇਹਦੇ ਨਾਲ ਲੜਨ ਦੀ ਸਮਰੱਥਾ ਵਧੂਗੀ। ਜੀ ਤੇ ਆਪਾਂ ਤੁਰਨਾ ਉਧਰ ਹੀ ਆ। ਉਹਨਾਂ ਨੇ ਫਿਰ ਉਹਨੂੰ ਹੀ ਪਹਿਲ ਦਿੱਤੀ ਵੀ ਆਪਾਂ ਇਹਨੂੰ ਅਗਲੇ ਜਿਹੜੇ ਆਉਣ ਵਾਲੇ ਸਮੇਂ ਦੀ ਤਿਆਰੀ ਕਰੀਏ, ਵੈਕਸੀਨੇਸ਼ਨ ਮਜ਼ਬੂਤ ਕਰੀਏ। ਔਰ ਉਹਨਾਂ ਦੇ ਵਿੱਚ ਤਾਂ ਹੀ ਇਸ ਵੇਲੇ ਅੱਧੇ ਨਾਲੋਂ ਵੱਧ ਆਬਾਦੀ ਜਿਹੜੀ ਹੈ ਵੈਕਸੀਨੇਟਡ ਹੋ ਚੁੱਕੀ ਆ। ਜੀ ਇਸ ਤੋਂ ਉਲਟ ਅਮਰੀਕਾ ਦੇ ਵਿੱਚ ਜਿੱਥੇ ਤਬਾਹੀ ਮਚਾਈ ਸੀਗੀ ਪਿਛਲੇ ਸਾਲ, ਜੀ ਉੱਥੇ ਵੀ ਅੱਜ ਦੀ ਖਬਰ ਆ ਵੀ ਬਾਈਡਨ ਹੋਣਾ ਨੇ, ਰਾਸ਼ਟਰਪਤੀ ਨੇ, ਭੀੜ ਭਾੜ ਇਲਾਕਿਆਂ ਤੋਂ ਇਲਾਵਾ ਮਾਸਕ ਪਾਉਣ ਤੋਂ ਤੁਹਾਨੂੰ ਜਿਹੜੀ ਆ ਪਾਬੰਦੀ ਹਟਾਤੀ ਆ, ਆਜ਼ਾਦੀ ਦੇ ਦਿੱਤੀ ਆ। ਜੀ ਇਹ ਕਿੱਡੀ ਵੱਡੀ ਗੱਲ ਆ। ਜੀ ਤੇ ਸਾਡੇ ਜਿਹੜੇ ਨੀਤੀ ਆਯੋਗ ਵਾਲੇ ਕਹਿੰਦੇ ਆ ਵੀ ਸਮਾਂ ਆ ਗਿਆ ਹੁਣ ਤੁਸੀਂ ਘਰ ਵਿੱਚ ਵੀ ਮਾਸਕ ਪਾ ਕੇ ਰੱਖੋ। ਇਹ ਹੋਰ ਵੀ ਡਰਾਉਣੀ ਸਥਿਤੀ ਦੇਸ਼ ਦੀ ਬਿਆਨ ਕਰਦੀ ਆ। ਹੁਣ ਉਹ ਜਿਹੜੀ ਟੀਕਿਆਂ ਵਾਲੀ ਗੱਲ ਮੈਂ ਦੁਬਾਰਾ ਕਰਨ ਲੱਗਾ ਵੀ ਇਜ਼ਰਾਈਲ ਨੇ ਤਾਂ ਐਡਵਾਂਸ ਬੁਕਿੰਗ ਕਰਕੇ ਆਪਣੇ ਡੋਜ਼ ਪੱਕੇ ਕਰ ਲਏ, ਜੀ ਤੇ ਸਾਡੇ ਦੇਸ਼ ਵਾਲਿਆਂ ਨੇ ਕੀ ਕੀਤਾ? ਆਪਣੇ ਬਣਾ ਕੇ ਪਹਿਲਾਂ ਵੇਚ ਲਏ। ਸਾਡੇ ਦੇਸ਼ ਵਾਲਿਆਂ ਨੇ 6 ਕਰੋੜ 45 ਲੱਖ ਡੋਜ਼ ਜੀ 94 ਮੁਲਕਾਂ ਨੂੰ ਜੀ ਭੇਜ ਦਿੱਤੇ। ਜੀ ਵੈਕਸੀਨ ਬਣਾਈ ਪਹਿਲਾਂ, ਆਪਣੇ ਦੇਸ਼ ਵਾਹ ਖੱਟੀ ਬਹੁਤ ਤੇ ਅਸੀਂ ਮਾਰਕਾ ਮਾਰ ਲਿਆ। ਸਾਡੀ ਵੈਕਸੀਨ ਬਹੁਤ ਕਾਰਗਰ ਆ, ਸਾਰਾ ਕੁਝ ਠੀਕ ਹੋ ਗਿਆ। ਚਲੋ ਬੱਲੇ ਬੱਲੇ ਲੈਣੀ ਵੀ ਚਾਹੀਦੀ ਹੈ ਜੋ ਕੋਈ ਕੰਮ ਕਰਦਾ ਤਾਂ। ਜੀ ਪਰ ਐਡੀ ਕਿਹੜੀ ਜ਼ਰੂਰੀ ਜਾਂ ਗੱਲ ਆ ਗਈ ਸੀ ਕਿ ਵੀ ਤੁਸੀਂ ਪਹਿਲਾਂ ਬਾਹਰ ਹੀ ਭੇਜਣੀ ਸੀ? 6 ਕਰੋੜ 45 ਲੱਖ ਡੋਜ਼, ਜੀ ਇੱਕ ਡੋਜ਼ ਦੇ ਵਿੱਚ 10 ਟੀਕੇ ਹੁੰਦੇ ਆ, ਜੀ ਤੇ 6 ਕਰੋੜ ਨੂੰ 10 ਨਾਲ ਗੁਣਾ ਕਰ ਲਓ, 60 ਕਰੋੜ ਹੋ ਗਿਆ। ਤੇ ਸਾਡੀ ਆਬਾਦੀ ਜਿਹੜੀ ਇਸ ਵੇਲੇ 80 ਕਰੋੜ ਟੀਕੇ ਮੰਗਦੀ ਆ। ਜੀ ਜਿੰਨਾ ਚਿਰ 80 ਕਰੋੜ ਜਨਤਾ ਨੂੰ ਟੀਕੇ ਨਹੀਂ ਲੱਗ ਜਾਂਦੇ ਉਹਨਾਂ ਚਿਰ ਦੇਸ਼ ਸੁਰੱਖਿਅਤ ਨਹੀਂ ਹੈਗਾ। ਜੀ ਤੇ ਕਰਦੇ ਕੀ ਰਹੇ ਆ ਇਹ?
ਜਿਹੜੇ 6.5 ਕਰੋੜ ਡੋਜ਼ ਭੇਜੇ ਵੀ ਆ ਨਾ, ਉਹ ਇਹਨਾਂ ਨੇ ਕਈਆਂ ਦੀ ਆਬਲੀਗੇਸ਼ਨਾਂ ਹੁੰਦੀਆਂ ਦੇਸ਼ਾਂ ਦੇ ਨਾਲ, ਜੀ ਕਈ ਮੁੱਲ ਵੀ ਵੇਚੇ ਆ, ਤੇ ਕੰਪਨੀਆਂ ਨੂੰ ਇਹਨਾਂ ਨੇ ਦਿੱਤਾ ਕੁਛ ਨਹੀਂ, ਭਾਰਤ ਵਾਲਿਆਂ ਨੇ ਉਹਨਾਂ ਨੇ ਆਪਣੇ ਤੌਰ ਤੇ ਵੀ ਕਾਫੀ ਕੁਝ ਵੇਚ ਦਿੱਤਾ ਤੇ ਪੈਸਾ ਕਮਾ ਲਿਆ ਜੀ। ਤੇ ਸਾਡੀ ਸਰਕਾਰ ਜਿਹੜੀ ਕੰਪਨੀਆਂ ਵਾਲੇ ਨਾਲ ਬਾਰਗੇਨਿੰਗ ਕਰਦੀ ਰਹੀ, ਦੇਖੋ ਜੀ ਇਹੀ ਤਾਂ ਤਰਾਸਦੀ ਹੈ ਮਨੁੱਖਤਾ ਨੂੰ ਬਚਾਉਣ ਦੇ ਵਿੱਚ ਵੀ ਬਾਰਗੇਨਿੰਗ। ਕੋਈ ਸਬਜ਼ੀ ਰੇੜੀ ਵਾਲੇ ਤੋਂ ਸਬਜ਼ੀ ਥੋੜੀ ਲੈਣੀ ਆ, ਭਾਈ ਕਿੰਨੇ ਦੀ 20 ਰੁਪਏ ਦੀ ਨਹੀਂ ਯਾਰ 12 ਦੀ ਦੇ ਦੇ ਭਾਵੇਂ 10 ਵਾਲੀ 12 ਚ ਦੇਤੀ ਤੁਹਾਨੂੰ ਲੋਕਾਂ ਕੋ ਮੈਂ 8 ਰੁਪਏ ਬਚਾ ਲਏ, ਉਹ ਕਹੂਗਾ ਮੈਂ 2 ਰੁਪਏ ਫੇਰ ਕਮਾ ਲਏ ਆ। ਤੇ ਇਹ ਬਾਰਗੇਨਿੰਗ ਕੰਪਨੀਆਂ ਨਾਲ ਕਰਦੀ ਰਹੀ, ਤੇ ਬਾਰਗੇਨਿੰਗ ਕਿੰਨੇ ਦੀ ਸੀਗੀ? ਸਿਰਫ 100 ਰੁਪਏ ਦੀ। ਇਹ ਅੰਕੜੇ ਦੱਸਦੇ ਸਰਕਾਰ ਦੇ, ਸਿਰਫ 100 ਰੁਪਏ ਦੀ। ਤੇ ਇਸ ਤੋਂ ਇਲਾਵਾ ਆਰਟੀਆਈ ਦੇ ਵਿੱਚ ਵੀ ਖੁਲਾਸਾ ਹੋਇਆ ਤੇ ਇਹਨਾਂ ਨੇ 47 ਮੁਲਕਾਂ ਨੂੰ ਜਿਹੜੀ ਵੈਕਸੀਨ ਭੇਜੀ ਹੈ ਨਾ, ਉਹ ਸਾਡੇ ਦੇਸ਼ ਨਾਲੋਂ ਅੱਧੇ ਰੇਟ ਤੇ ਦਿੱਤੀ ਆ। ਇਹ ਬਹੁਤ ਹੀ ਭਿਆਨਕ ਅੰਕੜੇ ਆ, ਬਹੁਤ ਭਿਆਨਕ ਅੰਕੜੇ ਆ। ਮੈਂ ਪੜ੍ਹ ਕੇ ਇਹ ਹੈਰਾਨ ਹੋ ਗਿਆ ਸੀਗਾ ਵੀ ਇਹੋ ਜਿਹੇ ਹਾਲਾਤ ਵੀ ਦੇਸ਼ ਨੇ ਬਣਨੇ ਸੀਗੇ, ਜਿਹਦੇ ਲਈ ਜ਼ਿੰਮੇਵਾਰ ਫੇਰ ਮੈਂ ਉਹੀ ਕਹੂੰਗਾ ਸਰਕਾਰਾਂ ਬਣਦੀਆਂ। ਤੁਸੀਂ ਦੇਖੋ ਵੀ ਉਹ ਕੰਪਨੀ ਨੂੰ ਕੁਛ ਨਹੀਂ ਦਿੱਤਾ, ਕੰਪਨੀ ਨਾਲ ਬਾਰਗੇਨਿੰਗ ਕਰ ਲਈ, ਬਾਰਗੇਨਿੰਗ ਰਹਿ ਗਈ 100 ਰੁਪਏ ਦੀ। 80 ਕਰੋੜ ਜਨਤਾ ਨੂੰ ਚਾਹੀਦਾ ਸੀਗਾ, 80 ਕਰੋੜ ਨੂੰ 100 ਨਾਲ ਗੁਣਾ ਕਰ ਦਿਓ, 8000 ਕਰੋੜ ਬਣਦਾ। 2 ਡੋਜ਼ਾਂ ਦੇ ਬਣ ਗਏ 16000 ਕਰੋੜ। ਹੁਣ 16000 ਕਰੋੜ ਬਚਾਉਣ ਲਈ ਤੇ ਲਾਕਡਾਊਨ ਦੇ ਵਿੱਚ ਜੋ ਨੁਕਸਾਨ ਹੋਇਆ, ਉਹ ਸਰਕਾਰ ਦਾ ਅੰਕੜਾ ਪਤਾ ਕਿੰਨਾ ਦੱਸਦਾ? 11 ਲੱਖ ਕਰੋੜ ਦਾ ਨੁਕਸਾਨ ਦੇਸ਼ ਦਾ ਹੋਇਆ। ਹੁਣ 16000 ਕਰੋੜ ਕਿੱਥੇ ਤੇ 11 ਲੱਖ ਕਰੋੜ ਕਿੱਥੇ? ਹੁਣ ਮੱਥੇ ਨੂੰ ਹੱਥ ਜਿਹੜਾ ਹੈ ਉਹ ਸਰਕਾਰਾਂ ਨੇ ਤਾਂ ਕੀ ਮਰਨਾ, ਮੇਰੇ ਵਰਗਾ ਬੰਦਾ ਮਾਰਦਾ ਵੀ ਇਹਨਾਂ ਨੇ 16000 ਕਰੋੜ ਬਚਾਉਣ ਦੀ ਥਾਂ 11 ਲੱਖ ਕਰੋੜ ਜਿਹੜਾ ਉਡਾਤਾ ਤੇ ਦੁਨੀਆ ਫੇਰ ਨਹੀਂ ਬਚੀ, ਉਹ ਫੇਰ ਮਰ ਰਹੀ ਹੈ। ਜੀ ਤੇ ਅਵਤਾਰ ਜੀ, ਮੇਰੇ ਮਨ 'ਚ ਸਵਾਲ ਪੈਦਾ ਹੁੰਦਾ ਹੈ, ਪ੍ਰਧਾਨ ਮੰਤਰੀ ਮੋਦੀ ਸੱਚਮੁੱਚ ਜਿਉਂਦੇ ਜਾਗਦੇ ਇਨਸਾਨ ਨੇ? ਕੋਈ ਸਟੈਚੂ ਤਾਂ ਨਹੀਂ? ਉਹਨਾਂ ਦੇ ਗ੍ਰਹਿ ਮੰਤਰੀ ਸਾਥੀ ਜਿਹੜੇ ਉਹਨਾਂ ਨੂੰ ਸਾਰੀਆਂ ਯੋਜਨਾਵਾਂ ਦੱਸਦੇ ਨੇ ਵੀ ਇੰਜ ਵੋਟਾਂ ਅਸੀਂ ਜਿੱਤਣੀਆਂ ਨੇ, ਇੰਜ ਲੋਕਾਂ ਨੂੰ ਆਪਣੇ ਵੱਲ ਲਿਆਉਣਾ ਹੈ, ਉਹਨਾਂ ਨੂੰ ਨਹੀਂ ਸੁਝ ਰਿਹਾ ਸੀ ਇਹ ਸਾਰਾ ਕੁਝ? ਇਹ ਅਦਾਲਤਾਂ ਕਹਿ ਰਹੀਆਂ ਉਹਨਾਂ ਨੂੰ। ਜੀ ਜੱਜ ਸਾਹਿਬ ਜਿਹੜੇ ਇਹ ਦਿੱਲੀ ਹਾਈ ਕੋਰਟ ਦੇ ਕਹਿ ਰਹੇ ਆ, ਵਾਈ ਆਰ ਯੂ ਸਲੀਪਿੰਗ ਰਾਈਟ ਨਾਓ? ਜੀ ਵੈਨ ਵਿਲ ਯੂ ਅਵੇਕ? ਜੀ ਜੋ ਤੁਹਾਨੂੰ ਸਾਹਮਣੇ ਦਿਸ ਰਿਹਾ ਕਿ ਤੁਹਾਨੂੰ ਹਾਲਾਤ ਦਿਸਦੇ ਨਹੀਂ। ਜੀ ਇਹ ਸਰਕਾਰਾਂ ਕਿੱਥੇ ਗਈਆਂ? ਜੱਜ ਸਾਹਿਬ ਦੀ ਟਿੱਪਣੀ ਆ ਇਹ, ਮੈਂ ਖੁਦ ਨਹੀਂ ਕਹਿ ਰਿਹਾ। ਉਹ ਕਹਿੰਦੇ ਸਰਕਾਰਾਂ ਕਿੱਥੇ ਗਈਆਂ? ਤੁਹਾਨੂੰ ਆਪਣੇ ਦੇਸ਼ ਦੇ ਹਾਲਾਤ ਨਹੀਂ ਦਿਸ ਰਹੇ, ਤੁਸੀਂ ਫਿਰ ਮੂਕ ਦਰਸ਼ਕ ਚੁੱਪ ਕਰਕੇ ਬੈਠੇ ਆ। ਕਦੋਂ ਜਾਗੋਗੇ? ਜੀ ਜਦੋਂ ਦੁਨੀਆ ਇਹ ਇਸ ਤਰ੍ਹਾਂ। ਉਹ ਜਤਿੰਦਰ ਸ਼ੰਟੀ ਹੁਣੀ ਹੈਗੇ ਨਾ ਦਿੱਲੀ ਦੇ ਵਿੱਚ, ਸ਼ਹੀਦ ਭਗਤ ਸਿੰਘ ਸੇਵਾ ਦਲ ਵਾਲੇ, ਜਿਹੜਾ ਪਿਛਲੇ ਸਾਲ ਵੀ ਉਹ ਇਸੇ ਤਰ੍ਹਾਂ ਕਰੋਨਾ ਮਰੀਜ਼ਾਂ ਦਾ ਸੰਸਕਾਰ ਕਰਦਾ ਵਿਚਾਰਾ ਆਪ ਵੀ ਕਰੋਨਾ ਪੀੜਤ ਹੋ ਗਿਆ ਸੀ, ਹੁਣ ਫੇਰ ਸੇਵਾ ਕਰ ਰਿਹਾ। ਉਹਦਾ ਹੀ ਖੁਦ ਦਾ ਬੋਲਣਾ ਦੱਸਣਾ ਆ, ਕਹਿੰਦਾ ਉਹ ਦਿਨ ਦੂਰ ਨਹੀਂ, ਸ਼ਮਸ਼ਾਨ ਘਾਟ ਵੀ ਨਹੀਂ ਲੱਭਣੇ ਤੇ ਸੰਸਕਾਰ ਜਿਹੜੇ ਆ ਲਾਸ਼ਾਂ ਦੇ ਸੜਕਾਂ ਤੇ ਕਰਨੇ ਪੈਣੇ ਆ। ਇਹ ਹਾਲਾਤ ਦਿੱਲੀ ਜਿਹੜੀ ਕਿ ਦੇਸ਼ ਦੀ ਰਾਜਧਾਨੀ ਆ, ਤੇ ਇਹੋ ਜਿਹੇ ਹਾਲਾਤਾਂ ਦੀ ਜਦੋਂ ਤਸਵੀਰਾਂ ਵਿਦੇਸ਼ਾਂ 'ਚ ਜਾਂਦੀਆਂ, ਕਿੰਨਾ ਕੁ ਸਾਡਾ ਅਕਸ ਜਿਹੜਾ ਵਧੀਆ ਬਣਦਾ। ਤੇ ਹਜੇ ਤੱਕ ਵੀ ਇਹ ਮੀਟਿੰਗਾਂ ਤੋਂ ਚੋਂ ਨਹੀਂ ਨਿਕਲੇ, ਸਮੀਖਿਆਵਾਂ ਚੋਂ ਨਹੀਂ ਨਿਕਲੇ। ਤੇ ਇਸ ਤੋਂ ਅਗਲੀ ਗੱਲ ਹੋਰ ਦੱਸ ਦਵਾਂ ਕਿ ਜਦੋਂ ਬਾਰਗੇਨਿੰਗ ਵਾਲੀ ਗੱਲ ਮਨੁੱਖਤਾ ਦੀ ਜਾਨ ਤੇ ਬਣ ਜਾਂਦੀ ਆ, ਤੇ ਫਿਰ ਉੱਥੇ ਵਾਕਈ ਹਾਲਾਤ ਇਹੋ ਜਿਹੇ ਬਣਦੇ ਹੁੰਦੇ ਆ। ਕਿਆ ਇਹ ਲਾਸ਼ਾਂ ਤੇ ਸਿਆਸਤ ਕਰਨਗੇ? ਲਾਸ਼ਾਂ ਤੇ ਰਾਜ ਕਰਨਗੇ? ਸਿਆਸਤ ਹਰ ਚੀਜ਼ ਤੇ ਕਰਦੇ ਆ, ਕੱਲੀ ਲਾਸ਼ਾਂ ਹੀ ਨਹੀਂ। ਲਾਸ਼ਾਂ ਤੇ ਇਹਨਾਂ ਲਈ ਬਹੁਤ ਵਧੀਆ ਗੱਲ ਮਿਲ ਜਾਂਦੀ ਆ ਵੀ ਲੋਕ ਰੌਲਾ ਪਾਉਣਗੇ। ਨੋਟਬੰਦੀ ਹੋਈ ਸੀਗੀ, ਚੀਖ ਚਿਹਾੜਾ ਪਿਆ ਸੀਗਾ, ਲਾਈਨਾਂ ਲੱਗੀਆਂ ਸੀਗੀਆਂ, ਉਦੋਂ ਤਾਂ ਬੰਦਿਆਂ 'ਚ ਜਾਨ ਸੀਗੀ, ਲਾਈਨਾਂ ਲੱਗ ਗਈਆਂ, ਧੁੱਪ ਸਹਿ ਲਈ, ਕਿਸੇ ਤੋਂ ਨਹੀਂ ਸਹਿ ਗਈ, ਵਿਚਾਰਾ ਚੜ੍ਹਾਈ ਕਰ ਗਿਆ। ਹੁਣ ਤਾਂ ਬੇਜਾਨ ਲਾਸ਼ਾਂ ਪਈਆਂ ਲਾਈਨਾਂ ਦੇ ਵਿੱਚ। ਉਹਦੇ ਲਈ ਜ਼ਿੰਮੇਵਾਰ ਕੌਣ ਆ? ਸਰਕਾਰ ਕਦੋਂ ਦੇਖੂਗੀ, ਕਦੋਂ ਜਾਗੂਗੀ? ਇਹੋ ਜਿਹੇ ਅੰਕੜੇ ਦੱਸਦੇ ਆ ਵੀ ਸਰਕਾਰ ਨੇ ਇਹ ਸਾਲ ਦੇ ਵਿੱਚ ਕੁਝ ਨਹੀਂ ਕੀਤਾ। ਜਿਸ ਤੋਂ ਅਗਲੀ ਗੱਲ, ਮਾਰਚ 31 ਦੇ ਵਿੱਚ 2020 ਚ ਸਰਕਾਰ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕਰੋਨਾ ਦੇ ਟਾਕਰੇ ਲਈ 11 ਐਮਪਾਵਰ ਕਮੇਟੀਆਂ ਬਣਾਈਆਂ ਸੀ। 11 ਐਮਪਾਵਰ ਕਮੇਟੀਆਂ ਬਣਾਈਆਂ ਸੀ, ਜਿਹਦੇ ਵਿੱਚ ਬਹੁਤ ਵੱਡੇ ਮਾਹਰ ਅਰਥ ਸ਼ਾਸਤਰੀ, ਵਿਗਿਆਨੀ ਇਹ ਸ਼ਾਮਲ ਸੀਗੇ, ਜਿਨ੍ਹਾਂ ਦੇ ਵਿੱਚ ਅਮਿਤਾਭ ਕਾਂਤ ਦਾ ਨਾਂ ਵੀ ਹੈਗਾ, ਜਿਹੜਾ ਕਿ ਬਹੁਤ ਵੱਡੇ ਥਿੰਕ ਟੈਂਕ ਵਿੱਚ ਆਉਂਦੇ ਆ। ਵਿਨੋਦ ਪਾਲ ਦਾ ਨਾਂ ਹੈਗਾ, ਨੀਤੀ ਆਯੋਗ ਵਾਲਿਆਂ ਦਾ, ਵਿਗਿਆਨੀਆਂ ਦਾ ਨਾਂ ਹੈ। 11 ਐਮਪਾਵਰ ਕਮੇਟੀਆਂ ਸੀਗੀਆਂ, ਜਿਨ੍ਹਾਂ ਨੂੰ ਇਹ ਟਾਸਕ ਇਹਨਾਂ ਕੰਮ ਦਿੱਤਾ ਗਿਆ ਸੀਗਾ ਵੀ ਤੁਸੀਂ ਟੀਕਾਕਰਨ ਵੱਲ ਨੂੰ ਵੀ ਧਿਆਨ ਰੱਖਣਾ ਵੀ ਇਹਦੀ ਪ੍ਰੋਗਰੈਸ ਕਿੱਦਾਂ ਹੋ ਰਹੀ ਆ, ਅਰਥ ਵਿਵਸਥਾ ਵੱਲ ਨੂੰ ਵੀ ਧਿਆਨ ਰੱਖਣਾ ਵੀ ਅਰਥ ਵਿਵਸਥਾ ਕਿਤੇ ਡਿੱਗਦੀ ਜਾਂ ਕੀ ਕਰਦੀ, ਇਹਨੂੰ ਸੰਭਾਲਣਾ ਕਿੱਦਾਂ, ਨਾਲ ਦੀ ਨਾਲ ਸਟੇਟਾਂ ਨਾਲ ਰਾਬਤਾ ਵੀ ਰੱਖਣਾ। ਗਾਹੇ ਬਗਾਹੇ ਤੁਸੀਂ ਇਹਦੀ ਸਲਾਹ ਸਰਕਾਰ ਨੂੰ ਜਾਂ ਇਹਦੇ ਵਿੱਚ ਨਫੇ ਨੁਕਸਾਨ ਬਾਰੇ ਗੱਲ ਦੱਸਣੀ ਆ। ਦੱਸੀ ਫਿਰ ਉਹਨਾਂ ਨੇ ਮਾਰਚ ਤੋਂ ਲੈ ਕੇ ਅਪ੍ਰੈਲ ਖਤਮ ਹੋਣ ਵਾਲਾ ਦੂਸਰੇ ਸਾਲ ਦਾ। ਤੇ ਮੈਨੂੰ ਦੱਸੋ ਵੀ ਉਹ ਸਰਕਾਰ ਕਿਤੇ, ਉਹ ਕਮੇਟੀਆਂ ਕਿੱਥੇ ਰਹਿ ਗਈਆਂ? ਭੰਗ ਹੋ ਗਈਆਂ, ਹੈਗੀਆਂ ਵੀ ਆ ਕਿ ਨਹੀਂ ਹੈਗੀਆਂ? ਉਹਦੀ ਮੀਟਿੰਗ ਕੋਈ ਕੀਤੀ ਵੀ ਕਿ ਨਹੀਂ ਕੀਤੀ? ਕਿਸੇ ਨਾਲ ਤਾਲਮੇਲ ਹੋਇਆ ਕਿ ਨਹੀਂ ਹੋਇਆ? ਹੱਦ ਹੋ ਗਈ ਆ ਯਾਰ ਬਿਲਕੁਲ ਹੀ ਤੁਹਾਡੀ।
ਇਸ ਤਰੀਕੇ ਨਾਲ ਦੇਸ਼ ਚਲਾਉਂਦੇ ਆ ਜਿਹਨੂੰ ਤੁਹਾਨੂੰ ਜੱਜ ਸਾਹਿਬ ਲਾਂਤਾ ਪਾ ਰਹੇ ਆ, ਫਿਰ ਬਾਵਜੂਦ ਇਸ ਦੇ ਤੁਸੀਂ ਉਹਦੇ ਬਾਰੇ ਇੱਕ ਕਲੀਅਰ ਕੱਟ ਕੋਈ ਬਲੂਪ੍ਰਿੰਟ ਪੇਸ਼ ਨਹੀਂ ਕਰ ਰਹੇ। ਫਿਰ ਕਹਿ ਰਹੇ ਅਸੀਂ ਵੀ ਸਾਡੇ ਕੋਲ ਜੀ ਆਕਸੀਜਨ ਦੀ ਘਾਟ ਕੋਈ ਨਹੀਂ ਜੀ। ਹੁਣ ਇਹਨਾਂ ਦਾ ਰੀਸੈਂਟ ਬਿਆਨ ਆ ਵੀ ਅਜੇ ਵੀ ਟੀਕੇ ਜਿਹੜੇ 1 ਕਰੋੜ ਪਏ ਆ ਰਾਜਾਂ ਦੇ ਕੋਲ ਔਰ ਯੂਟੀ ਦੇ ਕੋਲ ਜੀ। 1 ਕਰੋੜ ਦਾ ਮਤਲਬ ਸਿਰਫ 10 ਕਰੋੜ ਜੀ। ਜਨਤਾ ਨੂੰ ਤਾਂ 10 ਕਰੋੜ ਨੂੰ ਹੀ ਲੱਗਣਾ ਜੀ। ਤੇ 10 ਕਰੋੜ ਨਾਲ ਬਣੂਗਾ ਕੀ? ਤੁਸੀਂ ਆਪ ਦੇ ਮੂੰਹ ਤੇ ਹੀ ਕਹਿ ਰਹੇ ਆ ਵੀ 1 ਕਰੋੜ ਪਿਆ ਤੇ ਪ੍ਰੋਡਕਸ਼ਨ ਬਾਕੀ ਦੀ ਕਿੱਥੇ ਹੋ ਰਹੀ ਹੈ? ਇਹਦੇ ਬਾਰੇ ਦੱਸਿਆ ਕਦੇ? ਤੇ ਇਹ ਸਾਰਾ ਕੁਝ ਜਿਹੜਾ ਕਰ ਰਿਹਾ ਨਾ, ਇਹ ਹਾਲਾਤ ਇਸੇ ਕਰਕੇ ਵਿਗੜੇ ਆ ਵੀ ਸਰਕਾਰ ਅਵੇਸਲੀ ਹੋ ਗਈ, ਆਪਣੀ ਵਾਹੋਵਾਹੀ ਨੂੰ ਹੀ ਪੈ ਗਈ ਆ। ਜਿਹੜੇ ਹੁਣ ਅੰਕੜੇ ਆ ਦੱਸ ਰਹੇ ਆ, ਇਹ ਮੇਰੇ ਨਹੀਂ ਸੀਗੇ, ਇਹ ਸਰਕਾਰੀ ਅੰਕੜੇ ਆ ਵੀ ਇਹਨਾਂ ਨੇ 6.5 ਕਰੋੜ ਡੋਜ਼ ਬਾਹਰ ਭੇਜਤੀ ਜੀ। ਆ ਜਿਹੜਾ 11 ਲੱਖ ਕਰੋੜ ਦਾ ਨੁਕਸਾਨ ਕਰਾ ਲਿਆ। ਇਸ ਦੇ ਬਾਵਜੂਦ ਵੀ ਆਪਾਂ ਆਪਣੀਆਂ ਕੱਛਾਂ ਵਜਾਉਂਦੇ ਰਹੇ, ਅਸੀਂ ਬਹੁਤ ਕੁਝ ਕਰ ਲਿਆ ਜੀ, ਇਹ ਕਰ ਲਿਆ ਉਹ ਕਰ ਲਿਆ, ਮਿਲਿਆ ਗਰੀਬਾਂ ਨੂੰ ਕੁਛ ਨਹੀਂ। ਉੱਥੇ ਫਿਰ ਮੁੜ ਕੇ ਆ ਗਈ ਸੂਈ ਪੇ ਲੋਕਡਾਊਨ ਲਾ ਦਿਓ, ਆਰਥਿਕ ਤਾਲਾਬੰਦੀ ਲਾ ਦਿਓ, ਕੀ ਕਰੂੰਗੇ? ਅਮੀਰ ਬੰਦਾ ਤਾਂ ਇਹਨਾਂ ਦਾ ਫੇਰ ਉਹ ਅਮੀਰ ਹੋ ਗਿਆ। ਪਿਛਲੇ ਸਾਲ ਬਹੁਤ ਅਮੀਰ ਹੋ ਗਏ ਇਹਨਾਂ ਦੇ ਆਪਣੇ ਬੰਦੇ, ਅਮੀਰ ਜੀ 2-2 3-3 ਗੁਣਾ ਅਮੀਰ ਹੋ ਗਏ ਜੀ। ਤੇ ਕਿਸੇ ਗਰੀਬ ਦੀ ਬਾਤ ਪੁੱਛੀ ਪਏ ਕਿਸੇ ਨੂੰ, ਜਿਹੜਾ ਦਿਹਾੜੀ ਕਰਕੇ ਸਵੇਰੇ ਜਿਹੜਾ ਦਿਹਾੜੀ ਕਰਨ ਜਾਂਦਾ, ਸ਼ਾਮ ਨੂੰ ਉਹਨੇ ਉਹੀ ਰੋਟੀ ਖਾਣੀ ਆ, ਉਹਨੂੰ ਸ਼ਾਮ ਨੂੰ ਰੋਟੀ ਖਾਦੀ ਵੀ ਕਿ ਨਹੀਂ ਖਾਦੀ? ਉਹਨਾਂ ਨੂੰ ਲੱਗਦਾ ਹੈ ਕਿ ਸਾਡੀਆਂ ਸਹੂਲਤਾਂ 'ਚ ਕਮੀ ਨਹੀਂ ਆਉਣੀ ਚਾਹੀਦੀ, ਆਮ ਲੋਕਾਂ ਨੇ ਤੇ 2 ਕਿਲੋ ਕਣਕ ਦੇਤੀ ਤੇ ਉਹਦੇ 'ਚ ਹੀ ਖੁਸ਼ ਹੋ ਜਾਣਾ। ਇਹੀ ਗੱਲ ਆ ਨਾ ਵੀ ਜਦੋਂ ਉਹਨਾਂ ਨੂੰ ਇਹੀ ਇਸੇ ਗੱਲ ਦਾ ਭਰਮ ਆ ਵੀ ਇਹ ਲਾਈਨ ਦੇ ਵਿੱਚ ਲੱਗ ਕੇ ਚੀਕ ਚਿਹਾੜਾ ਪਾ ਕੇ 1 ਦਿਨ 2 ਦਿਨ 10 ਦਿਨ ਤੋਂ ਬਾਅਦ ਚੁੱਪ ਕਰ ਜਾਣਗੇ ਜੀ। ਤੇ ਇਹਨਾਂ ਦੀ ਜਿਹੜੀ ਪਾਜ ਹੋਰ ਵੀ ਉਧੇੜਦਾ ਆ, ਉਹ ਇਹਨਾਂ ਦੀ ਆਪਣੀ ਵਿੱਤ ਮੰਤਰੀ ਸੀਤਾਰਮਨ ਦਾ ਹਸਬੈਂਡ ਆ ਪ੍ਰਭਾਕਰ ਜੀ, ਜਿਹਨੇ ਕਿ ਇੰਨੀ ਬੁਰੀ ਤਰ੍ਹਾਂ ਸਰਕਾਰ ਨੂੰ ਉਧੇੜਿਆ ਜੀ ਵੀ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਉਹ ਸੀਤਾਰਮਨ ਦੇ ਸਾਡੀ ਜਿਹੜੀ ਵਿੱਤ ਮੰਤਰੀ ਸੀਤਾਰਮਨ ਹੀ ਆ ਜੀ, ਉਹਨੇ ਮਤਲਬ ਪਾਜ ਹੀ ਉਧੇੜ ਦਿੱਤੇ ਇਸ ਗੱਲ ਨੂੰ ਲੈ ਕੇ ਵੀ ਤੁਹਾਡੀਆਂ ਨੀਤੀ ਕੀ ਆ ਕਰੋਨਾ ਦੇ ਟਾਕਰੇ ਲਈ, ਦੱਸੋ ਤਾਂ ਸਹੀ ਕੁਛ। ਔਰ ਉਹਨੇ ਇੱਥੋਂ ਤੱਕ ਖੁਲਾਸਾ ਕਰਤਾ ਵੀ ਇਹਨਾਂ ਦੇ ਕੋਲ ਪੱਲੇ ਕੁਛ ਨਹੀਂ ਹੈ ਸਿਵਾਏ ਲੋਕਾਂ ਨੂੰ ਉਹਨਾਂ ਦੀ ਕਿਸਮਤ ਤੇ ਰੱਬ ਦੇ ਭਰੋਸੇ ਹੀ ਛੱਡ ਦਿੱਤਾ ਵੀ ਸਾਡੇ ਪੱਲੇ ਕੁਛ ਨਹੀਂ ਹੈ ਜੀ। ਅਵਤਾਰ ਜੀ, ਵਿਚਾਰਾਂ ਤੇ ਚਰਚਾ ਜਾਰੀ ਰੱਖਾਂਗੇ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਸ਼ੇਰਗਿੱਲ ਜੀ, ਕਰੋਨਾ ਦੇ ਹਾਲਾਤ, ਜਿਹੜੀ ਸਥਿਤੀ ਤੁਸੀਂ ਬਿਆਨ ਕੀਤੀ ਨੇ, ਸੱਚਮੁੱਚ ਡਰਾਉਣੀ ਹੈ। ਦਿਲ ਕੰਬਦਾ ਹੈ ਇਹੋ ਜਿਹੇ ਹਾਲਾਤ ਕਦੋਂ ਮੁੱਕਣਗੇ? ਇਹ ਸਵਾਲ ਜਦੋਂ ਆਪਾਂ ਸਵੇਰੇ ਉੱਠ ਕੇ ਰੱਬ ਨੂੰ ਅਰਦਾਸ ਕਰਦੇ ਹਾਂ ਨਾ, ਤੇ ਮਨ 'ਚ ਆਉਂਦਾ ਹੈ ਤੇ ਪੁੱਛਿਆ ਜਾਂਦਾ ਰੱਬ ਨੂੰ। ਇਹਦਾ ਜਵਾਬ ਰੱਬ ਕੋਲ ਵੀ ਮੈਨੂੰ ਲੱਗਦਾ ਕਿ ਇਸ ਵੇਲੇ ਨਹੀਂ ਹੈਗਾ, ਕਿਉਂਕਿ ਸਿਆਸਤਦਾਨ ਸਿਆਸਤ ਵਿੱਚ ਉਲਝੇ ਪਏ ਨੇ। ਬਿਲਕੁਲ ਜੀ, ਜੋ ਹਾਲਾਤ ਬਣੇ ਆ ਉਹਦੇ ਵਿੱਚ ਹੁਣ ਆਖਰੀ ਟੇਕ ਉਹ ਵੈਕਸੀਨੇਸ਼ਨ ਤੇ ਹੀ ਆ ਜੀ। ਤੇ ਵੈਕਸੀਨੇਸ਼ਨ ਵਾਲੀ ਗੱਲ ਲੱਗਦੀ ਨਹੀਂ ਇਹਨਾਂ ਤੋਂ ਕਿਤੇ ਸਿਰ ਜੀ ਕੰਡੇ ਲੱਗਦੀ ਆ। ਇਹਨਾਂ ਤੋਂ ਹਾਲੇ ਤੱਕ ਕੀਮਤਾਂ ਹੀ ਨਹੀਂ ਤੈਅ ਹੋਈਆਂ। 3 ਕੀਮਤਾਂ ਇੱਕ ਕੰਪਨੀ ਤੈਅ ਕਰ ਰਹੀ ਆ ਜੀ। ਸੈਂਟਰ ਨੂੰ ਕੋਈ ਹੋਰ ਕੀਮਤ, ਸਟੇਟ ਨੂੰ ਕੋਈ ਹੋਰ ਕੀਮਤ, ਤੇ ਰਾਜਾਂ ਨੂੰ ਕੁਛ, ਜਿਹੜੀਆਂ ਪ੍ਰਾਈਵੇਟ ਹਸਪਤਾਲਾਂ ਨੂੰ ਕੁਛ ਹੋਰ ਕੀਮਤ ਜੀ। ਜਦੋਂ 2020 ਚ ਆਈ ਸੀ ਨਾ ਗੱਲ, ਉਦੋਂ ਸਰਕਾਰੀ ਜਿਹੜਾ ਮੀਡੀਆ, ਸਰਕਾਰੀ ਪੱਖੀ ਜੀ, ਉਹਨੇ ਬਹੁਤ ਜ਼ੋਰ ਸ਼ੋਰ ਨਾਲ ਕਿਹਾ ਸੀ, ਦੇਖੋ ਕੋरोना के खिलाफ लड़ाई में प्रधानमंत्री ने खुद कमान संभाल ली है जी। ਬਹੁਤ ਰੌਲਾ ਪਾਇਆ ਸੀ, ਸੰਭਾਲੀ ਵੀ ਸੀਗੀ, ਜੇ ਕੋਈ ਸ਼ੱਕ ਨਹੀਂ। ਹੁਣ ਨਹੀਂ ਦੱਸਦੇ ਵੀ ਪ੍ਰਧਾਨ ਮੰਤਰੀ ਦੀ ਕਮਾਨ ਕਿੱਥੇ ਗਈ ਜੀ। ਹੁਣ ਹੋਇਆ ਕੀ ਆ, ਸੈਂਟਰ ਜਿਹੜਾ ਆ ਉਹ ਵੈਕਸੀਨੇਸ਼ਨ ਔਰ ਸਟੇਟਾਂ ਦੇ ਵਿੱਚੋਂ ਨਿਕਲ ਗਿਆ। ਅੱਛਾ, ਸਿੱਧਾ ਸਬੰਧ ਉਹ ਬਾਹਰ ਹੀ ਨਿਕਲ ਗਿਆ ਵੀ ਮੈਂ ਹੁਣ ਜਿਹੜਾ ਮੇਰਾ 50% ਦਾ ਕੋਟਾ ਸੀ ਟੀਕਾ ਲੈਣ ਦਾ, ਉਹ ਮੈਂ ਲੈ ਲਿਆ। ਟੀਕੇ ਬਣਦੇ ਨਹੀਂ ਬਣਦੇ, ਸਟੇਟ ਨੂੰ ਮਿਲਦੇ ਨਹੀਂ ਮਿਲਦੇ, ਕਿੰਨੇ ਦੇ ਮਿਲਦੇ ਕਿੰਨੇ ਦੇ ਨਹੀਂ ਮਿਲਦੇ, ਉਹ ਸਟੇਟਾਂ ਤੇ ਛੱਡ ਦਿੱਤਾ ਜੋ ਲੱਗਦਾ ਹਾਲਾਤ ਤੋਂ। ਮਤਲਬ ਆਪ ਪਿੱਛੇ ਨਿਕਲ ਗਿਆ, ਇਹਨਾਂ ਨੂੰ ਦੋਹਾਂ ਨੂੰ ਜੋੜ ਗਿਆ ਵੀ ਹੁਣ ਤੁਸੀਂ ਆਪੇ ਦੇਖੋ। ਮਤਲਬ ਜਹਾਜ਼ ਚਲਾਉਣ ਵਾਲਾ ਆਪ ਛਾਲ ਮਾਰ ਗਿਆ ਵੀ ਹੁਣ ਮੈਂ ਉਹੀ ਕਹਿੰਦਾ ਵੀ ਹੁਣ ਉਹ ਸਰਕਾਰੀ ਮੀਡੀਆ ਕਿੱਥੇ ਗਿਆ ਵੀ ਅਬ ਕਮਾਨ ਕਿਸਕੇ ਹਾਥ ਮੇਂ ਹੈ ਜੀ। ਕਿਹਨੂੰ ਫੜਾਤੀ ਕਮਾਨ? ਰਾਜਾਂ ਨੂੰ ਫੜਾਤੀ। ਰਾਜ ਆਪਣੇ ਤੌਰ ਤੇ ਕੀ ਕਰਨਗੇ? ਰਾਜਾਂ ਕੋਲ ਤਾਂ ਆਕਸੀਜਨ ਦਾ ਕੋਟਾ ਨਿਰਧਾਰਨ ਕਰਨ ਦੀ ਸਮਰੱਥਾ ਹੈ ਨਹੀਂ ਜਾਂ ਤਾਕਤ ਹੈ ਨਹੀਂ ਜੀ। ਤੇ ਤੁਸੀਂ ਉਹ ਸਟੇਟਾਂ ਤੇ ਸਿੱਟ ਰਹੇ ਆ ਤੇ ਉਹਨਾਂ ਦੇ ਸਿੱਟੀ ਜਾਂਦੇ ਵੀ ਤੁਸੀਂ ਲਾਕਡਾਊਨ ਵੀ ਤੁਸੀਂ ਕਰੋ। ਸਾਡੇ ਤੇ ਤਾਂ ਹੁਣ ਜਿੰਨੀ ਸਾਡੀ ਜਿਹੜੀ ਕਿਰਕਿਰੀ ਪਿਛਲੇ ਸਾਲ ਹੋ ਗਈ ਸੀ ਹੋ ਗਈ, ਹੁਣ ਹੋਰ ਨਹੀਂ ਕਰਾਉਣੀ ਅਸੀਂ। ਇਹੀ ਮਤਲਬ ਕਹਿਣ ਦਾ ਵੀ ਤੁਸੀਂ ਆਪ ਦੇ ਤੌਰ ਤੇ ਲਓ, ਆਪ ਦੀ ਜਿਹੜੀ ਲੋਕਾਂ ਦੀ ਬੁਰਾਈ ਆਪ ਹੀ ਝੱਲੋ, ਸਾਨੂੰ ਨਹੀਂ ਮਤਲਬ ਇਹਦੇ ਨਾਲ। ਹੁਣ ਉਹ ਵਿੱਚੋਂ ਨਿਕਲ ਗਏ। ਵੈਕਸੀਨੇਸ਼ਨ ਹੁਣ ਪਹਿਲੀ ਤੋਂ ਸ਼ੁਰੂ ਹੋਣੀ ਸੀ 18+ ਦੀ ਜੀ। ਹੁਣ ਟੀਕੇ ਆਉਣਗੇ ਤਾਂ ਚਲਾਉਗੇ ਜੀ। ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਕਰਤੀ ਆ। ਉਹ ਵੀ ਟੈਕਨੀਕਲ ਫਾਲਟ ਆ ਗਿਆ ਕਹਿੰਦੇ ਸਵੇਰੇ। ਉਹ ਕੁਦਰਤੀ ਆਉਣਾ ਆ, ਕਿਸੇ ਪਾਸੇ ਵੀ ਇਹਨਾਂ ਦੀ ਪਰਪੱਕਤਾ ਜਾਂ ਪੂਰੀ ਤਰ੍ਹਾਂ ਤਿਆਰੀ ਹਲੇ ਕਿਤੇ ਲੱਗਦੀ ਹੀ ਨਹੀਂ ਜੀ। ਇਸ ਸਾਰੀ ਆੜ ਦੇ ਵਿੱਚ, ਇਸ ਸਾਰੇ ਕੁਛ ਦੇ ਵਿੱਚ ਪਿਸ ਕੌਣ ਰਿਹਾ ਆ? ਆਮ ਆਦਮੀ ਜੀ। ਦਿੱਲੀ ਦੇ ਹਾਲਾਤ ਇੱਕ ਵਾਰੀ ਫਿਰ ਮੈਂ ਬਿਆਨ ਕਰਨਾ ਚਾਹਾਂਗਾ ਕਿ ਉੱਥੇ ਜਿਹਨੂੰ ਕਰੋਨਾ ਹੈ ਵੀ ਨਹੀਂ ਨਾ, ਜਿਹੜਾ ਬੰਦਾ ਉੱਦਾਂ ਵੀ ਬਿਮਾਰ ਆ ਜੀ,
ਉਹ ਵੀ ਇਲਾਜ ਖੁਣੋਂ ਮਰ ਰਿਹਾ। ਜੀ। ਇੱਕ ਬੰਦਾ ਦੱਸ ਰਿਹਾ, ਕਹਿੰਦਾ ਮੇਰੇ ਫਾਦਰ ਨੂੰ ਹਾਰਟ ਅਟੈਕ ਵਰਗੇ ਲੱਛਣ ਹੋਣ ਲੱਗੇ ਸੀਗੇ, ਵੀ ਛਾਤੀ 'ਚ ਦਰਦ ਸੀ ਵਗੈਰਾ ਸੀ, ਏਜਡ ਫਾਦਰ ਸੀਗੇ ਜੀ। ਪਹਿਲਾਂ ਤਾਂ ਕਹਿੰਦਾ ਮੈਂ ਉਹਨੂੰ ਪਤਾ ਨਹੀਂ ਕਿੰਨੇ ਕੁ ਕਿਲੋਮੀਟਰ ਲੈ ਕੇ ਫਿਰਦਾ ਰਿਹਾ, ਕਿਸੇ ਹਸਪੀਟਲ ਨੇ ਬਾਂਹ ਨਹੀਂ ਫੜੀ। ਜੀ। ਆਖੇ ਨਹੀਂ ਪਹਿਲਾਂ ਇਹਦੀ ਤਾਂ ਤੁਸੀਂ ਕੋਵਿਡ-19 ਦੀ ਟੈਸਟ ਰਿਪੋਰਟ ਲੈ ਕੇ ਆਓ, ਜੇ ਤਾਂ ਨੈਗੇਟਿਵ ਹੋਊਗੀ ਤਾਂ ਦਾਖਲ ਕਰਾਂਗੇ, ਨਹੀਂ ਤਾਂ ਉਹ ਵੀ ਜੇ ਬੈੱਡ ਖਾਲੀ ਹੋਇਆ ਤਾਂ। ਜੀ। ਇਸ ਘੁੰਮਣ ਘੇਰੀ ਦੇ ਵਿੱਚ ਫਾਦਰ ਸਾਹਿਬ ਉਹਦੇ ਚੜ੍ਹਾਈ ਕਰ ਗਏ। ਜੀ। ਹੁਣ ਉਹ ਤਾਂ ਜਿਹੜੀ ਉਹਨੇ ਘੁੰਮਣ ਘੇਰੀ ਦੀ ਜੋ ਉਹਨੇ ਮਨੋਦਸ਼ਾ ਝੱਲੀ ਹੋਣੀ ਆ, ਜੀ। ਉਹ ਬੰਦਾ ਹੀ ਜਾਣਦਾ। ਜੀ। ਸਾਨੂੰ ਵੀ ਪਤਾ ਲੱਗਦਾ ਵੀ ਉਹ ਕਿਸ ਹਾਲ 'ਚ ਗੁਜ਼ਰਿਆ ਹੋਊਗਾ, ਪਿਓ ਸੀ ਉਹਦਾ। ਜੀ। ਡੈਥ ਹੋ ਗਈ, ਬੰਦਾ ਚਲੇ ਗਿਆ। ਜੀ। ਹੁਣ ਸਮੱਸਿਆ ਇਹ ਆ ਵੀ ਉਹ ਸੰਸਕਾਰ ਨੂੰ ਨਹੀਂ ਜਗ੍ਹਾ ਮਿਲ ਰਹੀ ਉਹਦੇ ਨੂੰ। ਜੀ। ਦੇਖੋ ਹਾਲ ਕੀ ਸਥਿਤੀ ਹੈ ਵੈਸੇ? ਵੀ ਉਹਨੂੰ ਕਰੋਨਾ ਹੈ ਨਹੀਂ, ਜੀ। ਕੁਛ ਨਹੀਂ ਉਹਨੂੰ ਹੈਗਾ, ਪਰ ਉਹਨੂੰ ਹਾਲ ਇਹ ਆ ਵੀ ਉਹ ਸੰਸਕਾਰ ਵਾਸਤੇ ਵੀ ਉਹਨੂੰ 16 ਤੋਂ 20 ਘੰਟੇ ਦਾ ਸਮਾਂ ਦਿੱਤਾ। ਜੀ। ਤੇ ਇੱਕ ਹੋਰ ਵੱਡੀ ਗੱਲ ਦਿੱਲੀੋਂ ਨਿਕਲ ਕੇ ਸਾਹਮਣੇ ਆਈ। ਉਹ ਕਿਹੜੀ? ਸ਼ਮਸ਼ਾਨ ਘਾਟ ਜਿੱਥੇ ਹੈਗੇ ਆ, ਉੱਥੇ ਤਾਂ ਸੰਸਕਾਰਾਂ ਦੀ ਗਿਣਤੀ ਦੱਸ ਰਹੇ 3000। ਜੀ। ਅਪ੍ਰੈਲ 14 ਤੋਂ ਲੈ ਕੇ ਲਾਸਟ ਤੱਕ। ਜੀ। ਤੇ ਕਰੋਨਾ ਦੇ ਮਰੀਜ਼ਾਂ ਦੀ ਜਿਹੜੀ ਮੌਤਾਂ ਦੀ ਗਿਣਤੀ ਸਿਰਫ 1900। ਇਹ ਤਾਂ ਹੈਰਾਨੀ। 1152 ਜਿਹੜੀਆਂ ਮੌਤਾਂ ਆ ਉਹ ਅਨਕਾਊਂਟਡ ਆ, ਕਿੱਥੇ ਗਈਆਂ? ਜੀ। ਤੇ ਫਿਰ ਉਹਦਾ ਜਿਹੜਾ ਉਹ ਸਪਸ਼ਟੀਕਰਨ ਦੇ ਰਹੇ ਆ ਵੀ ਜਿਹੜੇ ਕਰੋਨਾ ਨਾਲ ਡੈਥ ਹਸਪੀਟਲਾਂ 'ਚ ਹੁੰਦੀ ਆ, ਜੀ, ਉਹ ਤਾਂ ਗਿਣਤੀ ਆ ਜਾਂਦੀ ਕਰੋਨਾ 'ਚ। ਜੀ। ਤੇ ਜਿਨ੍ਹਾਂ ਦੀ ਡੈਥ ਘਰੇ ਹੋ ਜਾਂਦੀ ਆ, ਜੀ, ਉਹ ਕਰੋਨਾ 'ਚ ਨਹੀਂ ਆਉਂਦੀ, ਇਸ ਕਰਕੇ ਅਨਕਾਊਂਟਡ ਰਹਿ ਜਾਂਦੇ ਆ। ਜੀ। ਤੇ ਇਦਾਂ ਦੇ ਪਤਾ ਨਹੀਂ ਕਿੰਨੇ ਮਾਮਲੇ ਹੋਣੇ ਆ। ਇਹ ਤਾਂ ਸਿਰਫ ਦਿੱਲੀ ਦੇ ਵਿੱਚ ਹੀ 1100 ਦੀ ਗਿਣਤੀ, ਜੀ, ਜਿਹੜੀ ਕਿ ਇੱਕ ਟੀਵੀ ਚੈਨਲ ਵਾਲਿਆਂ ਨੇ ਉੱਥੇ ਜਾ ਕੇ ਗਰਾਊਂਡ ਰਿਪੋਰਟ ਲਈ ਆ। ਜੀ। ਉਹ ਤੋਂ ਖੁਲਾਸਾ ਹੋਇਆ ਜੇ ਇਹੋ ਜਿਹੇ ਰਿਪੋਰਟਾਂ ਹਰ ਸਟੇਟਾਂ 'ਚ ਆਉਣ ਲੱਗ ਪੈਣ ਤਾਂ ਦੱਸੋ ਕਿੰਨੀ ਗਿਣਤੀ ਹੋ ਜਾਊਗੀ ਉਹਦੀ। ਜੀ। ਤੇ ਨਾਲ ਦੀ ਨਾਲ ਇਹ ਆਪਣੇ ਮਾਹਰਾਂ ਤੋਂ ਲੋਕਾਂ ਨੂੰ ਡਰਾ ਰਹੇ ਆ, ਜਾਂ ਆਗਾਹ ਕਰ ਰਹੇ ਆ, ਜਾਂ ਚੌਕਸ ਕਰ ਰਹੇ, ਨਹੀਂ ਮੈਨੂੰ ਪਤਾ, ਪਰ ਦੱਸ ਰਹੇ ਆ ਵੀ ਮਈ ਦੇ ਵਿੱਚ ਪੀਕ ਟਾਈਮ ਜਿਹੜਾ ਆਉਣਾ ਨਾ, ਆਹ ਗਿਣਤੀ ਉਧਰ ਲਾਗੇ ਤੇ ਪਾ ਦੇਣਾ। ਜੀ। ਦੇਖੋ ਕਿਤੇ ਨਾ ਕਿਤੇ ਤੇ ਗਿਣਤੀ ਪਊਗੀ ਨਾ। ਤੇ ਜੇ ਹੁਣ ਪੀਕ ਟਾਈਮ ਦੱਸ ਰਹੇ ਮਈ ਦੇ ਵਿੱਚ ਵੀ 14 ਮਈ ਤੱਕ ਤਾਂ ਇਹ ਹਾਲਾਤ ਇਦਾਂ ਦੇ ਹੋਣੇ, ਐਕਟਿਵ ਕੇਸ ਜਿਹੜੇ ਆ 38 ਲੱਖ ਤੋਂ 40 ਲੱਖ ਤੱਕ, 45 ਲੱਖ ਤੱਕ ਪਹੁੰਚ ਜਾਣੇ ਆ। ਤੇ ਰੋਜ਼ਾਨਾ ਦੀ ਗਿਣਤੀ ਜਿਹੜੀ 5 ਲੱਖ ਵੀ ਪਹੁੰਚ ਸਕਦੀ ਆ। ਤੇ ਇਸ ਦੇ ਨਾਲ ਮੌਤਾਂ ਦੀ ਗਿਣਤੀ 5000 ਪਹੁੰਚ ਸਕਦੀ ਆ। ਤੇ ਆਹ ਜਿਹੜੀ ਗਿਣਤੀ ਹੋਣ ਦੀ ਆ, ਇਹ ਵੀ ਨਿਊਯਾਰਕ ਟਾਈਮਸ ਜਿਹੜਾ ਆ ਪ੍ਰਖਿਆਤ ਬਹੁਤ ਵੱਡਾ ਅਖਬਾਰ ਅਮਰੀਕਾ ਦਾ, ਉਹਨੇ ਤਾਂ ਅੱਜ ਤੋਂ 10 ਦਿਨ ਪਹਿਲਾਂ ਹੀ ਕਹਿਤਾ ਸੀਗਾ ਵੀ ਜਿੰਨੀ ਨੰਬਰਿੰਗ ਮੌਤਾਂ ਦੀ ਦੱਸੀ ਜਾ ਰਹੀ ਆ, ਉਹ ਤੋਂ ਕਿਤੇ ਵੱਧ ਆ, ਲੁਕੋਇਆ ਜਾ ਰਿਹਾ। ਇਹੀ ਦੋਸ਼ ਗੁਜਰਾਤ ਤੇ, ਇਹੀ ਦੋਸ਼ ਯੂਪੀ ਤੇ ਲੱਗ ਰਹੇ ਆ ਵੀ ਉੱਥੇ ਜਿਹੜੇ ਨਾ ਤਾਂ ਕਰੋਨਾ ਮਾਮਲਿਆਂ ਦੀ ਸਹੀ ਗਿਣਤੀ ਦੱਸੀ ਜਾ ਰਹੀ ਤੇ ਨਾ ਹੀ ਮੌਤਾਂ ਦੀ ਸਹੀ ਗਿਣਤੀ ਜਾ ਰਹੀ ਆ। ਰਾਹਤ ਵਾਲੀ ਗੱਲ ਇਹ ਆ ਵੀ 2-2.5 ਲੱਖ ਮਰੀਜ਼ ਰੋਜ਼ਾਨਾ ਦੇ ਠੀਕ ਵੀ ਹੋ ਰਹੇ ਆ। ਆਪਾਂ ਨੈਗੇਟਿਵਿਟੀ ਬਹੁਤ ਲੰਬਾ ਸਮਾਂ ਕਰਦੇ ਆ ਰਹੇ ਆ, ਥੋੜਾ ਜਿਹਾ ਪੋਜ਼ਿਟਿਵ ਵੱਲ ਨੂੰ ਵੀ ਚੱਲਦੇ ਆ ਵੀ 2-2.5 ਲੱਖ ਰੋਜ਼ਾਨਾ ਦੇ ਮਰੀਜ਼ ਠੀਕ ਵੀ ਹੋ ਰਹੇ ਆ। ਡਾਕਟਰਾਂ ਦਾ ਵੀ ਕਹਿਣਾ ਆ ਵੀ ਜੇ ਇਹਨਾਂ ਨੂੰ ਕੋਈ ਮਾਈਲਡ ਸਿੰਪਟਮ ਆ ਜਾਂ ਬਹੁਤੀ ਕੋਈ ਹਾਲਤ ਖਰਾਬ ਨਹੀਂ ਹੈ ਤੇ ਹਸਪੀਟਲਾਂ ਵੱਲ ਨੂੰ ਨਾ ਜਾਓ, ਘਰੇ ਰਹਿ ਕੇ ਵੀ ਇਹਦਾ ਇਲਾਜ ਹੋ ਸਕਦਾ। ਸਿਰਫ ਇੱਕੋ ਗੱਲ ਆ ਵੀ ਦਹਿਸ਼ਤ ਵਿੱਚ ਪੈਨਿਕ ਨਾ ਹੋਵੋ। ਦਹਿਸ਼ਤ ਵਿੱਚ ਨਾ ਆਓ, ਪੈਨਿਕ ਨਾ ਹੋ, ਹੜਬੜਾਹਟ ਨਾ ਕਰੋ। ਇਦਾਂ ਦੀ ਇੱਕ ਮਿਸਾਲ ਵੀ ਮੈਂ ਦੇਖੀ ਹੈ। ਇੱਕ ਪਰਿਵਾਰ ਸੀਗਾ, ਉਹ ਸਾਰੇ ਦਾ ਸਾਰਾ 5-6 ਮੈਂਬਰ ਪਰਿਵਾਰ ਜਿਹੜਾ ਕਰੋਨਾ ਪੋਜ਼ਿਟਿਵ ਹੋ ਗਿਆ ਸੀ। ਸਾਰੇ ਆਪੋ ਆਪਣੇ ਕਮਰਿਆਂ 'ਚ ਬੰਦ ਹੋ ਗਏ ਸੀਗੇ, ਹਸਪੀਟਲ ਨਹੀਂ ਗਏ, ਡਾਕਟਰ ਨਾਲ ਟੈਲੀ ਕੰਸਲਟੇਸ਼ਨ ਰੱਖੀ ਉਹਨਾਂ ਨੇ, ਤੇ ਉਹ ਬੜਾ ਵਧੀਆ ਕਰੋਨਾ ਨੂੰ ਮਾਤ ਪਾ ਕੇ ਆ ਗਏ ਆ। ਆਪਣਾ ਵੀ ਲੋਕਾਂ ਦਾ ਆਪਣਾ ਹੀ ਫਰਜ਼ ਆ। ਨਹੀਂ ਤਾਂ ਮੈਂ ਪਹਿਲਾਂ ਵੀ ਦੱਸਿਆ ਵੀ ਬੱਸ ਦੇ ਪਿੱਛੇ ਲਿਖਿਆ ਹੁੰਦਾ ਨਾ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ, ਤੇ ਸਰਕਾਰ ਨੇ ਤਾਂ ਇਹਦੋਂ ਵੀ ਗਾਹਾਂ ਲਿਖ ਦਿੱਤਾ ਤੇ ਸਵਾਰੀ ਆਪਣੇ ਸਮਾਨ ਪਲੱਸ ਜਾਨ ਦੀ ਵੀ ਆਪ ਹੀ ਜ਼ਿੰਮੇਵਾਰ ਆ। ਇਸ ਕਰਕੇ ਜ਼ਿੰਮੇਵਾਰੀ ਆਪਣੇ ਜਾਨ ਦੀ ਆਪ ਨੂੰ ਹੀ ਲੈਣੀ ਪਊਗੀ। ਸਰਕਾਰਾਂ ਦੇ ਟੇਕ ਰੱਖਣ ਵਾਲੀ ਗੱਲ ਤਾਂ ਤੁਸੀਂ ਦੇਖੀ ਹੋਈ ਹੈ ਵੀ ਕੀ ਹਾਲ ਬਣਿਆ ਆ। ਸ਼ਮਸ਼ਾਨ ਘਾਟ ਭਰੇ ਆ, ਹਸਪੀਟਲ ਭਰੇ ਆ, ਲਾਈਨਾਂ ਲੱਗੀਆਂ ਪਈਆਂ। ਤਾਂ ਇਹੋ ਜਿਹੇ ਹਾਲਾਤ ਤੱਕ ਨਾ ਪਹੁੰਚੀਏ। ਆਪਣੀ ਜ਼ਿੰਮੇਵਾਰੀ ਖੁਦ ਕਰਕੇ ਆਪਣੀ ਵੀ, ਆਪਣੇ ਸਕੇ ਸੰਬੰਧੀਆਂ ਦੀ ਵੀ, ਆਪਣੇ ਪਿਆਰਿਆਂ ਦੀ ਵੀ, ਆਪਣੇ ਮਿੱਤਰਾਂ ਦੀ ਵੀ ਜਾਨ ਬਚਾਈਏ। ਇਹ ਬਿਹਤਰ ਰਹੂਗਾ। ਸਰਕਾਰਾਂ ਦੇ ਹੱਥ ਜੇ ਉਹ ਆਪਣੇ ਤੌਰ ਤੇ ਜ਼ਾਹਰਾ ਤੌਰ ਤੇ ਨਹੀਂ ਖੜੇ ਕਰਦੇ ਆ ਤਾਂ ਸਾਨੂੰ ਸੋਚ ਲੈਣਾ ਚਾਹੀਦਾ ਵੀ ਉਹਨਾਂ ਦੇ ਹੱਥ ਖੜੇ ਹੀ ਆ। ਜੀ। ਤੇ ਕਰੋਨਾ ਤੇ ਸਿਆਸਤ ਬੜੀ ਹੋ ਰਹੀ ਹੈ ਤੇ ਸਾਡੇ ਦੇਸ਼ 'ਚ ਇੱਕ ਕਲਚਰ ਹੈ, ਉਹਨੂੰ ਅਸੀਂ VIP ਕਲਚਰ ਕਹਿੰਦੇ ਆ। ਆਮ ਨਾਗਰਿਕ ਨੂੰ ਪੈਸੇ ਖਰਚ ਕੇ ਵੀ ਥਾਂ ਨਾ ਮਿਲੇ ਤੇ ਕੋਈ ਫਰਕ ਨਹੀਂ ਪੈਂਦਾ, ਪਰ VIP ਨੂੰ VIP ਟ੍ਰੀਟਮੈਂਟ ਜ਼ਰੂਰ ਮਿਲਣਾ ਚਾਹੀਦਾ ਹੈ। ਤੇ ਦਿੱਲੀ ਦੀ ਸਰਕਾਰ ਨੇ ਇੱਕ ਹੋਟਲ ਨੂੰ, ਕਹਿੰਦੇ 5 ਸਟਾਰ ਹੋਟਲ ਨੂੰ, ਕੋਵਿਡ ਸਪੈਸ਼ਲ ਹਸਪਤਾਲ ਬਣਾ ਦਿੱਤਾ। ਜੀ ਬਿਲਕੁਲ ਜੀ, ਇਹ ਗੱਲ ਤੁਹਾਡੀ ਠੀਕ ਆ। ਇਹ ਰੌਲਾ ਪਿਆ ਸੀਗਾ ਵੀ ਅਸ਼ੋਕਾ ਹੋਟਲ ਆ ਬਹੁਤ ਵੱਡਾ 5 ਸਟਾਰ, ਜੀ, ਉਹਨੂੰ ਜਿਹੜੇ ਹਾਈ ਕੋਰਟ ਔਰ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਆ, ਜਿਹੜੇ ਕਰੋਨਾ ਨਾਲ ਪੀੜਤ ਹੋ ਗਏ ਸੀ, ਉਹਨਾਂ ਲਈ ਉੱਥੇ ਸਪੈਸ਼ਲ ਪ੍ਰਬੰਧ ਕਰ ਦਿੱਤਾ ਸੀਗਾ। ਜੀ। ਪਰ ਦਿੱਲੀ ਹਾਈ ਕੋਰਟ ਦੇ ਵਿੱਚ ਮੈਂ ਕਹਿੰਦਾ ਜੀ ਬਹੁਤ ਹੀ ਸਿਆਣੇ ਜੱਜ ਆ। ਜੀ।
ਉਹਨਾਂ ਨੇ ਪਹਿਲਾਂ ਤਾਂ ਇਸ ਗੱਲ ਨੂੰ ਹੀ ਨਕਾਰਤਾ ਵੀ ਅਸੀਂ ਇਹੋ ਜਿਹਾ ਕੋਈ ਆਦੇਸ਼ ਨਹੀਂ ਦਿੱਤਾ ਵੀ ਇਹਨਾਂ ਨੂੰ ਸਪੈਸ਼ਲ ਦਿੱਤਾ ਜਾਵੇ ਜੀ। ਦੂਸਰੀ ਗੱਲ, ਜੀ ਜੇ ਇਹੋ ਜਿਹਾ ਆਦੇਸ਼ ਦਿੱਲੀ ਸਰਕਾਰ ਨੇ ਦਿੱਤਾ ਤੇ ਇਹਦਾ ਮਤਲਬ ਪਤਾ ਕੀ ਜਾਣਾ ਵੀ ਇਹ ਆਪਣੀ ਦਰਜਾ ਦੇ ਨਾਲ ਭਾਈਵਾਲੀ ਚਾਹੁੰਦੇ ਆ, ਤਾਂ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਲੱਗੇ ਆ। ਅਸੀਂ ਇਹ ਆਦੇਸ਼ ਹੁਣੇ ਰੱਦ ਕਰਦੇ ਆ ਜੀ। ਬਹੁਤ ਵੱਡੀ ਗੱਲ ਆ ਜੀ। ਉਹਨਾਂ ਨੇ ਇਸ ਵੀਆਈਪੀ ਟ੍ਰੀਟਮੈਂਟ ਨੂੰ ਲੱਤ ਮਾਰੀ ਵੀ ਸਾਨੂੰ ਨਹੀਂ ਚਾਹੀਦਾ। ਜਿੱਦਾਂ ਦੇ ਆਮ ਲੋਕ ਜੀ ਦਵਾਈ ਲੈਂਦੇ ਆ, ਆਮ ਲੋਕ ਭਰਤੀ ਹਸਪੀਟਲਾਂ ਜਾਂਦੇ ਆ, ਉਦਾਂ ਹੀ ਇਹਨਾਂ ਨੂੰ ਵੀ ਹੋਣਾ ਚਾਹੀਦਾ ਟ੍ਰੀਟਮੈਂਟ। ਕੋਈ ਖਾਸ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਇਹਦਾ ਮੈਸੇਜ ਗਲਤ ਜਾਣਾ ਵੀ ਜੱਜਾਂ ਨੂੰ ਆਪਣੇ ਵੱਲ ਕਰਨ ਵਾਸਤੇ ਸਰਕਾਰ ਨੇ ਆਹ ਪ੍ਰਬੰਧ ਕੀਤਾ ਸੀਗਾ। ਇਹ ਨਾ ਅਸੀਂ ਆਰਡਰ ਦਿੱਤਾ ਤੇ ਨਾ ਹੀ ਲਵਾਂਗੇ। ਸਰਕਾਰ ਨੇ ਜੇ ਦਿੱਤਾ ਹੈ ਤਾਂ ਇਹਨੂੰ ਕੈਂਸਲ ਕਰ ਦੇਣਾ ਚਾਹੀਦਾ। ਸਾਨੂੰ ਨਹੀਂ ਇਹਦੀ ਲੋੜ ਹੈਗੀ ਆ ਜੀ। ਇਹਦੇ ਵਿੱਚ ਵੀ ਲੱਗਦਾ ਨਾ ਵੀ ਸਿਆਸਤ ਹੁੰਦੀ ਆ। ਜਦੋਂ ਰੌਲਾ ਪੈਂਦਾ ਸੋਸ਼ਲ ਮੀਡੀਆ ਤੇ ਇੱਕ ਮਿੰਟ 'ਚ ਗੱਲ ਖਿਲਰ ਜਾਂਦੀ ਆ, ਤੇ ਜਦੋਂ ਰੌਲਾ ਪੈਂਦਾ ਤਾਂ ਫੇਰ ਇਹ ਗੱਲ ਨੂੰ ਜਾਂਚਦੇ ਆ ਵੀ ਹਾਂ ਵੀ ਇਹ ਤਾਂ ਕੰਮ ਗਲਤ ਹੋ ਗਿਆ ਜੀ। ਖੈਰ ਦਿੱਲੀ ਸਰਕਾਰ ਨੇ ਕਿਉਂ ਕੀਤਾ, ਕਿਉਂ ਨਹੀਂ ਕੀਤਾ, ਕੀਤਾ ਵੀ ਜਾਂ ਨਹੀਂ ਕੀਤਾ, ਇਹਦੇ ਬਾਰੇ ਹਜੇ ਪੁਸ਼ਟੀ ਹੋਣੀ ਬਾਕੀ ਆ। ਪਰ ਦਿੱਲੀ ਹਾਈ ਕੋਰਟ ਨੇ ਕਹਿਤਾ ਵੀ ਸਾਨੂੰ ਇਹੋ ਜਿਹੀ ਕੋਈ ਟ੍ਰੀਟਮੈਂਟ ਨਹੀਂ ਚਾਹੀਦੀ, ਅਸੀਂ ਆਮ ਲੋਕਾਂ ਵਾਂਗ ਹੀ ਟ੍ਰੀਟਮੈਂਟ ਲਵਾਂਗੇ। ਪਰ ਇਹਦੇ ਨਾਲ ਇੱਕ ਗੱਲ ਹੋ ਰਿਹਾ ਵੀ ਜੇ ਬੀਜੇਪੀ ਵਾਲੇ ਜਿਹੜੇ ਸਹੀ ਸਿਆਣੇ ਬੰਦੇ ਆ, ਇਹਨਾਂ ਦੇ ਵਿੱਚ ਵੀ ਹੈਗੇ ਸਿਆਣੇ, ਮੈਂ ਬੀਜੇਪੀ ਵਾਲਿਆਂ ਨੂੰ ਕਹਿਣ ਲੱਗਾ ਕਿਉਂ ਸਿਆਣੇ ਆ, ਕਿਉਂਕਿ ਇਹ ਕਰੋਨਾ ਦੇ ਜੋ ਹਾਲਾਤ ਉਹਨਾਂ ਨੂੰ ਦਿਸ ਰਹੇ ਆ ਨਾ, ਉਹਦੇ ਵਿੱਚ ਵੀ ਉਹ ਆਵਾਜ਼ ਉਠਾਉਣੀ ਸ਼ੁਰੂ ਕਰਤੀ ਉਹਨਾਂ ਨੇ। ਯੂਪੀ ਦੀ ਗੱਲ ਮੈਂ ਸ਼ੁਰੂ ਕੀਤੀ ਸੀ ਨਾ ਸਟਾਰਟਿੰਗ 'ਚ, ਉੱਥੋਂ ਦੇ ਇੱਕ ਬੀਜੇਪੀ ਲੀਡਰ ਨੇ ਸਾਫ਼ ਕਹਿਤਾ ਵੀ ਜੋ ਮਰਜ਼ੀ ਕਹਿ ਲਓ, ਮੈਂ ਵੀ ਇੱਕ ਆਮ ਬੰਦਿਆਂ ਵਾਂਗੂ ਆ, ਪਰ ਜੋ ਹਾਲਾਤ ਆ ਉਹ ਖਰਾਬ ਆ। ਸਰਕਾਰਾਂ ਨੇ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾਈ, ਸਰਕਾਰ ਨੂੰ ਵੀ ਉਹਨੇ ਕਟਹਿਰੇ 'ਚ ਖੜਾ ਕਰ ਦਿੱਤਾ। ਸੋ ਇਦਾਂ ਦੇ ਬੀਜੇਪੀ ਲੀਡਰ ਜੇ ਸਿਆਣੇ ਹੋਣ ਤਾਂ ਫਿਰ ਮੈਨੂੰ ਲੱਗਦਾ ਵੀ ਸਰਕਾਰ ਤੱਕ ਇਹ ਆਵਾਜ਼ ਉਠਾਉਣਗੇ ਤਾਂ ਸਰਕਾਰ ਨੂੰ ਲੱਗੂਗਾ ਵੀ ਹੁਣ ਸਾਡੀ ਪਾਰਟੀ ਦੇ ਵਿੱਚ ਹੀ ਆਵਾਜ਼ ਉੱਠਣ ਲੱਗੀ ਆ ਤੇ ਇਹ ਗੱਲ ਹੋਰ ਦਿਸ਼ਾ ਵੱਲ ਨੂੰ ਤੁਰ ਪਈ ਆ। ਜਦੋਂ ਘਰ ਆਪਣੇ ਜਿਹੜੀ ਅੱਗ ਹੈ ਨਾ ਉਹ ਆਪਣੇ ਘਰ ਨੂੰ ਲੱਗੇ ਤੇ ਫਿਰ ਮੈਨੂੰ ਲੱਗਦਾ ਫਿਰ ਪਤਾ ਲੱਗਦਾ ਹੁੰਦਾ। ਪਰ ਇਦਾਂ ਦੀ ਆਵਾਜ਼ ਉਠਾਉਣੀ ਪਊਗੀ। ਬੇਸ਼ੱਕ ਤੁਸੀਂ ਸਿਆਸਤ ਸਾਰੀ ਉਮਰ ਪਈ ਕਰਨ ਨੂੰ, ਮਨੁੱਖਤਾ ਵਾਸਤੇ ਹੀ ਉਠਾ ਦਿਓ। ਜੋ ਭਿਆਨਕ ਮੰਜ਼ਰ ਦ੍ਰਿਸ਼ ਦਿਸ ਰਿਹਾ ਸਾਨੂੰ, ਉਹ ਕਿਸੇ ਵੀ ਤਰੀਕੇ ਨਾਲ ਦੇਖਣ ਯੋਗ ਹੈ ਨਹੀਂ। ਮਤਲਬ ਜੇ ਕਠੋਰ ਤੋਂ ਕਠੋਰ ਦਿਲ ਵਾਲਾ ਵੀ ਉਹਦੇ ਮੂਹਰੇ ਖੜ ਜਾਏ ਨਾ, ਤੇ ਮੈਂ ਕਹਿੰਦਾ ਵੀ ਉਹਦੀਆਂ ਅੱਖਾਂ ਔਰ ਦਿਲ ਪਸੀਜਣ ਨੂੰ ਸਕਿੰਟ ਲੱਗੂਗਾ ਇੱਕ, ਜੋ ਤਸਵੀਰਾਂ ਸਾਹਮਣੇ ਆ ਰਹੀਆਂ। ਤੇ ਅਵਤਾਰ ਜੀ, ਅਸੀਂ ਦੁਆ ਕਰਦੇ ਹਾਂ ਕਿ ਇਹ ਕਰੋਨਾ ਜਲਦੀ ਚਲਾ ਜਾਏ ਇੱਥੋਂ ਤੇ ਅਸੀਂ ਸੁੱਖ ਦਾ ਸਾਹ ਲਈਏ ਤੇ ਸਿਆਸਤਦਾਨ ਵੀ ਆਰਾਮ ਕਰ ਸਕਣ। ਜੀ ਬਿਲਕੁਲ, ਕਿਉਂਕਿ ਉਹ ਬੇਆਰਾਮੇ ਹੋਏ ਪਏ ਨੇ ਇਸ ਵੇਲੇ। ਤੇ ਇਸ ਵੇਲੇ ਜਿਹੜਾ ਗੱਲਾਂ ਬਾਤਾਂ ਤਾਂ ਹੋਰ ਵੀ ਬੜੀਆਂ ਨੇ, ਮੁੱਦੇ ਹੋਰ ਵੀ ਨੇ ਵਿਚਾਰਨ ਵਾਲੇ, ਪਰ ਸਮਾਂ ਖਤਮ ਹੈ। ਤੁਸੀਂ ਬੜੇ ਹੀ ਵਿਸਥਾਰ ਨਾਲ ਅੱਜ ਦੇ ਪ੍ਰੋਗਰਾਮ 'ਚ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਪ੍ਰੋਗਰਾਮ ਨਾਲ ਜੁੜਨ ਲਈ। ਅਗਲੀ ਵਾਰ ਨਵੇਂ ਮੁੱਦਿਆਂ ਨਾਲ ਮਾਹਿਰ ਮਹਿਮਾਨ ਦੇ ਨਾਲ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਚਾਹਾਂਗੇ।